ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੇ ਮਾਹੀ ਕੇ ਗਏ, ਬਾਤੈ ਕਰਤ ਬਿਤਾਏ। ਭਇਓ ਦੁਪਹਿਰਾ ਆਨ ਕਰ, ਥਿਰ ਪਰਯੰਕ ਸੁਖ ਦਾਏ। ਬੈਠੇ ਮਾਹੀ ਕੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹਾਂ ਦੇ ਆਤਮਿਕ ਸਵਰੂਪ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਤ ਸੰਗਤ ਦਾ ਪਵਿੱਤਰ ਸਮਾਂ ਆਪਾਂ ਨੂੰ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਇਤਿਹਾਸ, ਇਹ ਸ਼ਹੀਦੀ ਦਿਹਾੜੇ ਆਪਾਂ ਚਮਕੌਰ ਸਾਹਿਬ ਜੀ ਦਾ ਜੋ ਯੁੱਧ ਹੈ, ਉਸ ਯੁੱਧ ਦੀ ਕਥਾ ਸੰਖੇਪ ਸ਼ਬਦਾਂ ਵਿੱਚ ਸਰਵਣ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਖਾਲਸੇ ਦੀ ਬੇਨਤੀ ਮੰਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਕੱਚੀ ਗੜੀ ਨੂੰ ਛੱਡਿਆ। ਮਾਛੀਵਾੜੇ ਤੋਂ ਹੁੰਦੇ ਹੋਏ ਸੱਚੇ ਪਾਤਸ਼ਾਹ ਜੀ ਨੇ ਜੰਗਲ ਦੇਸ਼ ਨੂੰ ਭਾਗ ਲਾਏ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਰਾਏ ਕੱਲਾ ਆਪਣੇ 300 ਸਿਪਾਹੀਆਂ ਸਮੇਤ ਆਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਪਰਸੇ ਹੈ। ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਕੁਝ ਸਮਾਂ ਮਹਾਰਾਜ ਆਪ ਆਰਾਮ ਕਰ ਲਓ। ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਰਾਏ ਕੱਲਾ ਸਾਨੂੰ ਖਬਰ ਮਿਲੀ ਹੈ ਕਿ ਸਾਡੇ ਸਾਹਿਬਜ਼ਾਦੇ ਤੇ ਸਾਡੇ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਸਰਹੰਦ ਦੇ ਸੂਬੇ ਵਜ਼ੀਰ ਖਾਨ ਪਾਸ ਮੋਰਿੰਡੇ ਦੇ ਹਾਕਮ ਨੇ ਕੈਦ ਕਰਾ ਦਿੱਤੇ ਹੈ। ਸਾਨੂੰ ਬਾਅਦ ਵਿੱਚ ਕੋਈ ਹੋਰ ਖਬਰ ਨਹੀਂ ਉੱਥੋਂ ਆਈ। ਜਿੰਨਾ ਚਿਰ ਅਸੀਂ ਉੱਥੋਂ ਖਬਰ ਮੰਗਾਉਣੀ ਚਾਹੁੰਦੇ ਹਾਂ ਅਤੇ ਜਿੰਨਾ ਚਿਰ ਖਬਰ ਇੱਥੇ ਪਹੁੰਚਦੀ ਹੈ, ਉਹਨਾਂ ਚਿਰ ਅਸੀਂ ਇੱਥੇ ਤੇਰੇ ਕੋਲ ਹੀ ਰੁਕਾਂਗੇ। ਕੋਈ ਇਹੋ ਜਿਹਾ ਤੇਰਾ ਕੋਈ ਨੌਕਰ ਹੋਵੇ ਜਿਹੜਾ ਸਾਨੂੰ ਬਹੁਤ ਜਲਦ ਖਬਰ ਲਿਆ ਕਰਕੇ ਦੇਵੇ। ਤੇ ਸਮੇਂ ਰਾਏ ਕੱਲੇ ਨੇ ਆਪਣੇ ਨੌਕਰ ਨੂਰੇ ਮਾਹੀ ਨੂੰ ਇਸ ਗੱਲ ਵਾਸਤੇ ਚੁਣਿਆ। ਉਸ ਵੀ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕੋਈ ਸ਼ੱਕ ਨਹੀਂ ਕਰ ਸਕੇਗਾ। ਮੇਰੀ ਭੈਣ ਨੂਰੀ ਉੱਥੇ ਵਿਆਹੀ ਹੋਈ ਹੈ, ਉਹਨੂੰ ਮਿਲਣ ਦੇ ਬਹਾਨੇ ਜਾਵਾਂਗਾ ਅਤੇ ਸੱਚੇ ਪਾਤਸ਼ਾਹ ਮੈਂ ਸਾਰੀ ਖਬਰ ਲੈ ਕੇ ਵਾਪਸ ਪਰਤਾਂਗਾ। ਇਉਂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਵੱਡੀ ਸਵੇਰ ਨੂਰਾ ਮਾਹੀ ਸਰਹੰਦ ਦੇ ਰਸਤੇ 'ਤੇ ਚੱਲ ਪਿਆ ਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਰਾਏ ਕੱਲੇ ਕੋਲ ਰੁਕੇ ਹੋਏ ਆ। ਗਰੀਬ ਨਵਾਜ਼ ਜਿਵੇਂ ਨੂਰਾ ਮਾਹੀ ਆਉਂਦਾ ਹੈ ਵਾਪਸ ਸਰਹੰਦ ਤੋਂ ਖਬਰ ਲੈ ਕੇ, ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਿਵੇਂ ਸਾਰੀ ਉਹ ਦਿਲ ਚੀਰਵੀਂ ਸ਼ਹਾਦਤ ਸੁਣਾਉਂਦਾ ਏ। ਆਓ ਆਪਾਂ ਇਤਿਹਾਸ ਦੀ ਜ਼ੁਬਾਨੀ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੇ ਮਾਹੀ ਕੇ ਗਏ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਠੇ ਆ ਹਜੂਰ ਪਲੰਘੇ ਤੇ ਮਾਹੀ ਦੇ ਸਰਹੰਦ ਦੇ ਰਸਤੇ ਤੇ ਤੁਰਨ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹੌਲੀ ਹੌਲੀ ਦਿਨ ਚੜ੍ਹਿਆ ਏ, ਇਹ ਵੱਡੇ ਵੇਲੇ ਜਿਹੜਾ ਸੀ ਨੂਰਾ ਮਾਹੀ ਤੁਰਿਆ ਸੀਗਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂਰੇ ਮਾਹੀ ਨੂੰ ਤੋਰ ਕੇ ਹਜੂਰ ਸਜੇ ਹਨ। ਬਾਤੈ ਕਰਤ ਬਿਤਾਏ। ਬਚਨ ਬਿਲਾਸ ਕਰਦਿਆਂ ਹੋਇਆਂ ਸਤਿਗੁਰਾਂ ਜੀ ਨੇ ਇਹ ਸਮਾਂ ਬਤੀਤ ਕੀਤਾ। ਭਇਓ ਦੁਪਹਿਰਾ ਆਨ ਕਰ। ਫਿਰ ਹੌਲੀ ਹੌਲੀ ਦੁਪਹਿਰ ਦਾ ਸਮਾਂ ਹੋ ਗਿਆ ਆ ਕਰਕੇ। ਥਿਰ ਪਰਿਅੰਕ ਸੁਖਦਾਏ। ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਜੀ ਹਜੂਰ ਪਲੰਘੇ ਤੇ ਸਜੇ ਹਨ। ਨਿਸ਼ਾਨੀ ਛੰਦ ਨਿਕਟ ਰਾਏ ਕੱਲਾ ਥਿਰਿਓ। ਰਾਏ ਕੱਲਾ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਹੱਥ ਜੋੜ ਕੇ ਕੋਲ ਖਲੋਤਾ ਏ। ਤ੍ਰੈ ਸੈ ਭਟ ਸਾਥਾ। ਇਹਦੇ 300 ਸਿਪਾਹੀ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ। ਇਉਂ 300 ਸਿਪਾਹੀਆਂ ਸਮੇਤ ਰਾਏ ਕੱਲਾ ਸੇਵਾ ਵਿੱਚ ਹਾਜ਼ਰ ਹੈ। ਅਪਰ ਲੋਕ ਥਿਰ ਸੈ ਕਰੇ। ਹੋਰ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਏ ਐ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ। ਦਰਸਤ ਹੈ ਨਾਥਾ। ਮਾਲਕ ਸਤਿਗੁਰਾਂ ਜੀ ਦੇ ਦਰਸ਼ਨ ਕਰਦੇ ਆ ਜਿਵੇਂ ਜਿਵੇਂ ਪਤਾ ਲੱਗਦਾ ਸਤਿਗੁਰਾਂ ਜੀ ਦੇ ਆਉਣ ਦਾ। ਭੀੜ ਹੈ ਬਹੁ ਨਰਨ ਕੀ। ਬਹੁਤ ਤੇ ਸਮੇਂ ਮਨੁੱਖਾਂ ਦੀ ਭੀੜ ਹੋ ਗਈ ਹੈ। ਥਿਰ ਦੂਰ ਹੈ ਦੂਰੀ। ਦੂਰ ਦੂਰ ਤੱਕ ਖਲੋਤੇ ਹੋਏ ਮਹਾਰਾਜ ਜੀ ਦਾ ਦਰਸ਼ਨ ਕਰਦੇ ਐ। ਆਨ ਆਨ ਬੰਦਨ ਕਰੇ। ਆ ਕੇ ਸਤਿਗੁਰਾਂ ਜੀ ਨੂੰ ਬੰਦਨਾ ਕਰਦੇ ਐ, ਨਮਸਕਾਰਾਂ ਕਰਦੇ ਐ। ਬਿਖ ਮੂਰਤ ਰੂਰੀ। ਸੁੰਦਰ ਸਤਿਗੁਰਾਂ ਜੀ ਦਾ ਸਰੂਪ ਵੇਖਦੇ ਐ। ਦੇਖ ਤੋ ਬਹਿਰੇ ਦਿਸ਼ਾ ਗੁਰ। ਸੱਚੇ ਪਾਤਸ਼ਾਹ ਜੀ ਨੇ ਦੁਪਹਿਰ ਜਦੋਂ ਹੋਈ ਐ ਤੇ ਹੋਈ ਹੋਈ ਦੁਪਹਿਰ ਵੱਲ ਵੇਖ ਕਰਕੇ ਸ੍ਰੀ ਬਦਨ ਬਖਾਨਾ। ਮਹਾਰਾਜ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਤੇ ਸਮੇਂ ਕਹਿਣਾ ਕੀਤਾ। ਸੁਨਹੁ ਰਾਏ ਕੱਲਾ ਅਬੈ। ਮਹਾਰਾਜ ਕਹਿੰਦੇ ਐ ਰਾਏ ਕੱਲਾ ਸੁਣਨਾ ਕਰ ਹੁਣ। ਮਾਹੀ ਪ੍ਰਸਥਾਨਾ। ਮਹਾਰਾਜ ਕਹਿੰਦੇ ਜਦੋਂ ਮਾਹੀ ਗਿਆ ਏ ਰਸਤੇ ਤੇ ਪਹੁੰਚਿਓ ਆਏ ਕਿ ਨਹੀਂ। ਮਹਾਰਾਜ ਕਹਿੰਦੇ ਪਹੁੰਚਿਆ ਇੱਥੇ ਆ ਕਰਕੇ ਅਜੇ ਜਾਂ ਨਹੀਂ ਪਹੁੰਚਿਆ। ਸੋ ਦੇਖੋ ਤਿਸ ਕਾਈ। ਮਹਾਰਾਜ ਕਹਿੰਦੇ ਐ ਦੇਖੋ ਉੱਚੀ ਥਾਂ ਤੇ ਚੜ ਕਰਕੇ ਉਧਰ ਦਾ ਖਿਆਲ ਕਰਕੇ ਰਸਤਾ ਸਰਹੰਦੋਂ ਜਿਹੜਾ ਆਉਂਦਾ ਹੈ ਮਹਾਰਾਜ ਕਹਿੰਦੇ ਉਸ ਦਿਸ਼ਾ ਨੂੰ ਤੱਕਣਾ ਕਰੋ। ਬੀਤ ਗਇਓ ਦੋ ਪਹਿਰ ਤੇ। ਮਹਾਰਾਜ ਕਹਿੰਦੇ ਹੁਣ ਤਿਸ ਨੂੰ ਗਏ ਹੋਏ ਨੂੰ ਦੁਪਹਿਰ ਬੀਤ ਗਈ ਹੈ। ਆਵਹਿ ਕਰ ਧਾਹੀ। ਤੇ ਬੜੀ ਛੇਤੀ ਨਾਲ ਜਿਹੜਾ ਉਹ ਚੱਲ ਕਰਕੇ ਆ ਰਿਹਾ ਹੋਵੇਗਾ। ਬੋਲਿਓ ਕੱਲਾ ਜੋਰ ਕਰ। ਦੋਵੇਂ ਹੱਥ ਜੋੜ ਕਰਕੇ ਰਾਏ ਕੱਲਾ ਜੀ ਕਹਿਣ ਲੱਗੇ ਕੀ ਅਗਮਨ ਸਕਾਰੇ। ਮਹਾਰਾਜ ਸੱਚੇ ਪਾਤਸ਼ਾਹ ਵੱਡੀ ਸਵੇਰ ਹੀ ਤਾਂ ਨੂਰਾ ਮਾਹੀ ਨੇ ਇਥੋਂ ਚੱਲਣਾ ਕੀਤਾ ਏ। ਪਹੁੰਚੇ 40 ਕੋਸ ਸੋ। ਮਹਾਰਾਜ ਸੱਚੇ ਪਾਤਸ਼ਾਹ 40 ਕੋ ਪਹੁੰਚੇਗਾ ਜਿਸ ਵਕਤ। ਚੱਲ ਬਾਸੁਰ ਸਾਰੇ। ਜੇ ਸਾਰਾ ਦਿਨ ਚੱਲੇਗਾ ਨਾ ਤਾਂ ਫਿਰ ਮਹਾਰਾਜ ਮਸਾਂ ਦੇਰ ਰਾਤ ਤੱਕ ਸ਼ਾਮ ਤੱਕ ਜਿਹੜਾ ਹੈ ਉਹ ਨੂਰਾ ਮਾਹੀ ਉੱਥੇ ਪਹੁੰਚ ਸਕੇਗਾ। ਅਗਲੇ ਦਿਨ ਪਹੁੰਚੈ ਇਹਾਂ। ਤੇ ਮਹਾਰਾਜ ਅਗਲੇ ਦਿਨ ਵੱਡੀ ਸਵੇਰੇ ਉੱਥੋਂ ਤੁਰੇ ਤੇ ਫਿਰ ਅਗਲੀ ਦਿਨ ਦੀ ਸ਼ਾਮ ਨੂੰ ਮਹਾਰਾਜ ਇੱਥੇ ਪਹੁੰਚੇਗਾ। ਸਭ ਬਾਤ ਬਤਾਵੇ। ਸਾਰੀ ਬਾਤ ਆ ਕਰਕੇ ਸੱਚੇ ਪਾਤਸ਼ਾਹ ਜੀ ਦੱਸੇਗਾ ਨੂਰਾ ਮਾਹੀ। ਮਾਰਗ 80 ਕੋਸ ਕੋ। ਇਹ ਮਹਾਰਾਜ 40 ਜਾਣ ਤੇ 40 ਆਉਣ 80 ਕੋਹ ਦਾ ਜਿਹੜਾ ਮਾਰਗ ਰਸਤਾ ਏ। ਬਲ ਕੇ ਜੁਤ ਆਵੇ। ਬਲ ਦੇ ਸਹਿਤ ਮਹਾਰਾਜ ਜੇ ਪੂਰੇ ਜ਼ੋਰ ਨਾਲ ਚੱਲੇ ਤਾਂ ਆ ਸਕਦਾ ਏ। ਸੁਨ ਤੂਸ਼ਨ ਗੁਰ ਹੋਏ ਰਹੇ। ਮਹਾਰਾਜ ਸੁਣ ਕਰਕੇ ਹਜੂਰ ਫਿਰ ਚੁੱਪ ਕਰ ਗਏ ਗਰੀਬ ਨਵਾਜ। ਕਹਿ ਔਰ ਪ੍ਰਸੰਗਾ। ਹੋਰ ਪ੍ਰਸੰਗ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਹੋਰ ਗੱਲਬਾਤ ਕਰਨ ਲੱਗ ਪਏ। ਜਥਾ ਕਰੇਸ਼ਵਰ ਭੀਮ ਸੱਸ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ ਆ ਜਿਵੇਂ ਰਾਏ ਕੱਲੇ ਦੇ ਕੋਲ ਹੋਰ ਵੀ ਬੈਠੇ ਹੋਏ ਸਿੱਖ ਪੁੱਛਦੇ ਆ ਮਹਾਰਾਜ
ਇਹ ਪਹਾੜੀ ਰਾਜਿਆਂ ਨੇ ਕਿਸ ਤਰ੍ਹਾਂ ਦੀ ਨਿਮਕ ਹਰਾਮੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਜਥਾ ਗਿਰੇਸ਼ਵਰ ਭੀਮ ਸੱਸ, ਜਿਸ ਤਰ੍ਹਾਂ ਪਹਾੜੀ ਰਾਜਾ ਜਿਹੜਾ ਭੀਮ ਚੰਦ ਹੈ, ਮਚਵਾਵਹਿ ਜੰਗਾ, ਇਹਨੇ ਹੀ ਸਾਰੀ ਜੰਗ ਦਾ ਜਿਹੜਾ ਸੀ ਇਹ ਕਾਰਨ ਬਣਾਉਣਾ ਕੀਤਾ। ਜਿਵੇਂ ਜਿਵੇਂ ਇਹਨੇ ਦਵੈਸ਼ ਕੀਤਾ, ਇਹ ਫਿਰ ਕਾਰਨ ਜਿਹੜੇ ਸੀ ਵੱਧਦੇ ਗਏ। 22 ਧਾਰਨ ਕੇ ਪਤੀ ਵੱਡ, ਤੇ 22 ਧਾਰਾਂ ਦੇ ਇਹ ਜਿਹੜੇ ਵੱਡੇ ਰਾਜੇ ਸੀਗੇ ਪਹਾੜੀ ਰਾਜੇ, ਜੰਮੂ ਬਟੋਰੀ, ਸਾਰੀ 22 ਧਾਰ ਦੀ ਹੀ ਸੈਨਾ ਇਕੱਠੀ ਕਰਕੇ ਚੜ ਆਏ। ਸਭ ਇਕੱਤਰ ਮਤ ਕੋ ਕਰੇ, ਸਾਰੇ ਇਕੱਠੇ ਹੋ ਗਏ। ਇਸ ਤਰ੍ਹਾਂ ਉਹਨਾਂ ਨੇ ਇੱਕ ਮਤ ਇੱਕ ਸਲਾਹ ਕਰਕੇ ਆਏ ਹਮ ਓਰੀ, ਮਹਾਰਾਜ ਕਹਿੰਦੇ ਸਾਡੇ ਤੇ ਚੜ ਕਰਕੇ ਆ ਗਏ, ਹਮਲਾਵਰ ਹੋਏ। ਦਵੈ ਘਟਕਾ ਬੀਤੀ ਬਹੁਰ, 2 ਘੜੀਆਂ ਬਹੁਰੋ ਫਿਰ ਇਸ ਤਰ੍ਹਾਂ ਯੁੱਧ ਦੇ ਬਚਨ ਕਰਦਿਆਂ ਹੋਇਆਂ ਹਜੂਰ ਨੂੰ ਬਤੀਤ ਹੋ ਗਏ। ਇਤਿਆਦ ਕਹੰਤੇ, ਇਤਿਆਦਿਕ ਬਚਨ ਕਹਿੰਦੇ ਹਨ। ਅਕਸਮਾਤ ਸ੍ਰੀ ਸਤਿਗੁਰੂ, ਅਚਨਚੇਤ ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਮ ਬਚਨ ਪਨੰਤੇ, ਕਿਉਂ ਸਤਿਗੁਰੂ ਜੀ ਫਿਰ ਆਪਣੀ ਰਸਨਾ ਤੋਂ ਬਚਨ ਮਹਾਰਾਜ ਜੀ ਕਹਿੰਦੇ ਆ। ਮਨੁਜ ਚੜਾਵੋ ਤੁਰੂ ਪਰ, ਮਹਾਰਾਜ ਕਹਿੰਦੇ ਰਾਏ ਕੱਲਾ ਕੋਈ ਆਪਣਾ ਨੌਕਰ ਜਿਹੜਾ ਹੈ ਉਹ ਉੱਚੇ ਰੁੱਖ ਦੇ ਉੱਤੇ ਚੜਾਉਣਾ ਕਰ। ਮਗ ਦੇਖੇ ਸੋਈ, ਉਹ ਰਸਤਾ ਵੇਖੇ ਸਰਹੰਦ ਤੋਂ ਆਉਂਦਾ ਹੋਇਆ। ਆਵਤ ਮਾਹੀ ਕਹਿ ਨਹੀਂ, ਮਹਾਰਾਜ ਕਹਿੰਦੇ ਵੇਖੋ ਮਾਹੀ ਆ ਰਿਹਾ ਕਾ ਜਾਂ ਨਹੀਂ ਆਉਂਦਾ ਅਜੇ। ਸੁਧ ਪਾਵਹਿ ਜੋਈ, ਤੇ ਉਹ ਫਿਰ ਖਬਰ ਪਾਵੇ ਭਾਵ ਉੱਤੇ ਚੜ ਕੇ ਵੇਖਣਾ ਕਰੇ। ਪੁਨਹਿ ਰਾਏ ਕੱਲਾ ਕਹੈ, ਪੁਨ ਫਿਰ ਰਾਏ ਕੱਲਾ ਕਹਿਣ ਲੱਗਾ, ਸਤਿਗੁਰੂ ਜੀ ਹੋਰ ਬਚਨਾਂ ਵਿੱਚ ਗਰੀਬ ਨਵਾਜ ਜੀ ਕੁਝ ਸਮਾਂ ਬਤੀਤ ਕੀਤਾ ਏ, ਪਰ ਮਹਾਰਾਜ ਜੀ ਦਾ ਜਿਵੇਂ ਮਨ ਸਰਹੰਦ ਵਿੱਚ ਲੱਗਾ ਹੋਇਆ ਗਰੀਬ ਨਵਾਜ ਜੀ ਦਾ, ਕਿ ਸਰਹੰਦੋਂ ਖਬਰ ਜਿਹੜੀ ਆ ਕਦੋਂ ਆਵੇ ਇਹ ਸਤਿਗੁਰੂ ਜੀ ਉਡੀਕ ਰਹੇ ਐ। ਤੇ ਜਦੋਂ ਦੂਸਰੀ ਵਾਰ ਮਹਾਰਾਜ ਜੀ ਨੇ ਆਖਿਆ ਹੈ, ਰਾਏ ਕੱਲਾ ਫਿਰ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਪਹੁੰਚਿਓ ਭੇ ਨਾ ਸੋ, ਮਹਾਰਾਜ ਅੱਜ ਤਾਂ ਅਜੇ ਤੱਕ ਮਾਹੀ ਪਹੁੰਚਿਆ ਵੀ ਨਹੀਂ ਹੋਵੇਗਾ ਸਰਹੰਦ ਵਿੱਚ। ਕਹਾਂ ਹੋਏ ਆਗਮਨ ਅਬ, ਮਹਾਰਾਜ ਉਹਦਾ ਆਉਣਾ ਹੁਣ ਕਿਵੇਂ ਹੋ ਸਕਦਾ ਏ। ਕਿਆ ਤਰ ਪਰ ਜੋ, ਮਹਾਰਾਜ ਰੁੱਖ ਤੇ ਚੜ ਕੇ ਜਿਹੜਾ ਹੈ ਨੌਕਰ ਉਹ ਕੀ ਵੇਖੇਗਾ। ਸੰਧਿਆ ਅਗਲੇ ਦਿਵਸ ਹੀ, ਮਹਾਰਾਜ ਅਗਲੇ ਦਿਨ ਜਦੋਂ ਸੰਧਿਆ ਦਾ ਸਮਾਂ ਹੋਵੇਗਾ, ਹੋਵਤ ਸੋ ਆਵੈ, ਜਦੋਂ ਹੋਏਗੀ ਨਾ ਕੱਲ ਦੀ ਸ਼ਾਮ, ਫਿਰ ਮਸਾਂ ਹੀ ਮਹਾਰਾਜ ਮਾਹੀ ਆ ਸਕੇਗਾ। ਥਿਰਹਿ ਨਾ ਪੁਰ ਅਰ ਮਗ ਬਿਖੈ, ਮਹਾਰਾਜ ਉਹ ਟਿਕੇਗਾ ਨਹੀਂ ਰਸਤੇ 'ਚ ਤੇ ਨਾ ਹੀ ਕਿਸੇ ਨਗਰ ਵਿੱਚ। ਤੂਰ ਨਹੀਂ ਧਾਵੈ, ਬੜੀ ਛੇਤੀ ਹੀ ਕਾਹਲੀ ਕਰਦਾ ਹੋਇਆ ਜਾਵੇਗਾ ਤੇ ਵਾਪਸ ਪਰਤੇਗਾ। ਸੁਨ ਪੁਨ ਗੁਣ ਗਨ ਖਾਨ, ਤੇ ਸਮੇਂ ਬਹੁਤੇ ਗੁਣਾਂ ਦੀ ਖਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜੂਰ ਫੇਰ ਸੁਣ ਕਰਕੇ ਗੁਰ ਪਰਚੇ ਅਨਖਿਆਲਾ, ਹੋਰ ਖਿਆਲ ਵਿੱਚ ਸਤਿਗੁਰੂ ਜੀ ਫੇਰ ਪਰਚ ਗਏ ਆ। ਡੂੜ ਪਹਿਰ ਦਿਨ ਜਬ ਰਹਿਓ, ਜਦੋਂ 1.5 ਪੈਰ ਕੇਵਲ ਦਿਨ ਬਾਕੀ ਰਹਿ ਗਿਆ ਏ, ਬੈਠੇ ਤਿਸ ਕਾਲਾ, ਇਸ ਸਮੇਂ ਬੈਠੇ ਹੋਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ। ਬਾਕ ਤੀਸਰੋ ਕਹਿਤ ਭੇ, ਤੀਸਰਾ ਬਚਨ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਫਿਰ ਕਹਿਣ ਲੱਗੇ, ਸਭ ਵਿਖੈ ਸੁਨਾਇਓ, ਸਾਰਿਆਂ ਦੇ ਵਿੱਚ ਹੀ ਸੁਣਾ ਕੇ ਮਹਾਰਾਜ ਜੀ ਨੇ ਆਖਿਆ, ਚੜੋ ਬ੍ਰਿਛ ਮਾਹੀ ਪਿਖੋ। ਮਹਾਰਾਜ ਕਹਿੰਦੇ ਭਾਈ ਕੋਈ ਨੌਕਰ ਜਿਹੜਾ ਰਾਏ ਕੱਲਾ ਤੇਰਾ ਚੜਾ ਰੁੱਖ ਦੇ ਉੱਤੇ ਤੇ ਵੇਖੇ ਸਰਹੰਦ ਦਾ ਰਸਤਾ ਮਾਹੀ ਨੂੰ ਆਉਂਦਿਆਂ ਹੋਇਆਂ ਵੇਖਣਾ ਕਰੇ। ਆਇਓ ਕਿ ਨਾ ਆਇਓ, ਮਾਹੀ ਅਜੇ ਆਇਆ ਜਾਂ ਨਹੀਂ ਆਇਆ। ਸੁਨਤ ਰਾਏ ਕੱਲਾ ਕਹੈ, ਸੁਣ ਕੇ ਰਾਏ ਕੱਲਾ ਫਿਰ ਇਉਂ ਕਹਿਣ ਲੱਗਾ, ਜਦੋਂ ਮਹਾਰਾਜ ਜੀ ਨੇ ਤੀਸਰਾ ਬਚਨ ਕੀਤਾ ਏ, ਨਿਜ ਨਰਨ ਮਝਹਰਾ, ਆਪਣੇ ਸਿਪਾਹੀਆਂ ਦੇ ਕੋਲ ਆਪਣੇ ਮਨੁੱਖਾਂ ਦੇ ਕੋਲ ਕਹਿਣ ਲੱਗਾ ਰਾਏ ਕੱਲਾ, ਪੁਰਸ਼ੋਤਮ ਪੂਰਨ ਪੁਰਖ, ਕਿ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਤੇ ਪੂਰਨ ਪੁਰਖ ਹਨ, ਆਪ ਗੁਰੂ ਰੂਪ ਹਨ ਸੱਚੇ ਪਾਤਸ਼ਾਹ ਜੀ। ਤ੍ਰੈ ਬਾਰ ਉਚਾਰਾ, 3 ਵਾਰ ਸੱਚੇ ਪਾਤਸ਼ਾਹ ਜੀ ਨੇ ਇੱਕੋ ਹੀ ਬਚਨ ਆਪਣੇ ਮੁਖ ਤੋਂ ਕਿਹਾ ਏ, ਕਹਾਂ ਹਮਾਰੋ ਖਰਚ ਹੋਏ, ਤੇ ਸਾਡਾ ਕੀ ਖਰਚ ਹੁੰਦਾ ਹੈ। ਗੁਰੂ ਜੀ ਦੀ ਸਾਨੂੰ ਆਗਿਆ ਪਾਲਣੀ ਚਾਹੀਦੀ ਹੈ, ਕਿਉਂਕਿ ਰਾਏ ਕੱਲਾ ਇਸ ਗੱਲ ਦੇ ਉੱਤੇ ਤਾਂ
ਕਿਉਂਕਿ ਉਹ ਸਮਝਦਾ ਹੈ ਕਿ ਅੱਜ ਸ਼ਾਮ ਤੱਕ 40 ਕੋਹ ਦਾ ਰਸਤਾ ਤਾਂ ਮਸਾਂ ਨੂਰਾ ਮਾਹੀ ਪਹੁੰਚ ਹੀ ਸਕੇਗਾ ਸਰਹੰਦ ਦੇ ਅੰਦਰ, ਤੇ ਵਾਪਸ ਕਿਵੇਂ ਆ ਸਕਦਾ ਹੈ। ਪਰ ਕਹਿਣ ਲੱਗਾ ਕਿ ਸਾਡਾ ਕੀ ਜਾਂਦਾ ਹੈ, ਗੁਰੂ ਸਾਹਿਬ ਜੀ ਸਮਰੱਥ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਪੁਰਸ਼ੋਤਮ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸਾਨੂੰ ਮੰਨਣਾ ਚਾਹੀਦਾ ਏ। ਚੜ ਤਰ ਪਰ ਹੇਰੋ, ਤੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਕੀ ਖਰਚ ਹੁੰਦਾ, ਚੜੋ। ਇੱਕ ਨੂੰ ਹੁਕਮ ਦਿੱਤਾ ਵੀ ਚੜ ਰੁੱਖ ਦੇ ਉੱਤੇ ਤੇ ਸਰਹੰਦ ਦਾ ਰਸਤਾ ਵੇਖਣਾ ਕਰ। ਬਚਨ ਸਾਚ ਇਨ ਕੋ ਸਦਾ, ਕਿਉਂਕਿ ਸਤਿਗੁਰੂ ਜੀ ਦਾ ਬਚਨ ਕਦੇ ਝੂਠ ਨਹੀਂ ਹੁੰਦਾ। ਮਹਾਰਾਜ ਦਾ ਕਿਹਾ ਬਚਨ ਸਦਾ ਹੀ ਸੱਤ ਹੁੰਦਾ ਏ। ਨਿਸਚੈ ਬਹੁ ਤੇਰੋ, ਬਹੁਤ ਜ਼ਿਆਦਾ ਨਿਸ਼ਚਾ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਤੇ। ਇਕ ਨਰ ਤਰ ਪਰ ਤੁਰਤ ਹੀ, ਇੱਕ ਮਨੁੱਖ ਫਿਰ ਬੜੀ ਛੇਤੀ ਨਾਲ ਹੀ ਉੱਚੇ ਰੁੱਖ ਦੇ ਉੱਤੇ ਚੜਿਆ ਏ। ਕਹਿ ਰਾਏ ਚੜਾਇਓ, ਕਹਿ ਕੇ ਰਾਏ ਕੱਲਾ ਜੀ ਨੇ ਉਹਨੂੰ ਚੜਾਉਣਾ ਕੀਤਾ। ਚੜ ਕਰ ਤੁੰਗ ਸਕੰਦ ਪਰ, ਤੇ ਉੱਚੇ ਟਾਹਣੇ ਦੇ ਉੱਤੇ ਨਾ ਸਿਖਰ ਤੇ ਚੋਟੀ ਤੇ ਚੜ ਕਰਕੇ ਸੋ ਮਗ ਦਰਸਾਇਓ, ਉਹਨੇ ਸਰਹੰਦ ਵੱਲ ਦਾ ਰਸਤਾ ਜਿਹੜਾ ਸੀ ਨਾ ਵੇਖਣਾ ਕੀਤਾ। ਮਾਹੀ ਆਵਤ ਦੂਰ ਤੇ, ਅਚੰਭਾ ਹੋ ਗਿਆ। ਕਹਿੰਦਾ ਹੈ ਉਹ ਨੂਰਾ ਮਾਹੀ ਦੂਰ ਆਉਂਦਾ ਹੋਇਆ ਉਸ ਨੂੰ ਦਿਖਾਈ ਪੈ ਗਿਆ। ਤਿੰਨ ਦੇਖਣ ਕੀਨਾ, ਉਸਨੇ ਆਪਣੀਆਂ ਅੱਖਾਂ ਨਾਲ ਵੇਖਣਾ ਕੀਤਾ। ਬਿਸਮਾਵਤ ਬੋਲਿਓ ਤਬੈ, ਹੈਰਾਨ ਹੋ ਕੇ ਅਚੰਭੇ ਦੇ ਸਹਿਤ ਤੇ ਸਮੇਂ ਉਹ ਬੋਲਿਆ ਨੌਕਰ, ਆਇਓ ਹੋ ਮੈਂ ਚੀਨਾ। ਕਹਿਣ ਲੱਗਾ ਰਾਏ ਜੀ ਮੈਂ ਇਉਂ ਵੇਖਿਆ ਏ ਕਿ ਉਹ ਦੂਰ ਚਿੱਟੇ ਕੱਪੜਿਆਂ ਵਿੱਚ ਮਾਹੀ ਆਉਂਦਾ ਦਿਸਦਾ ਏ। ਨਿਕਟ ਪਹੁੰਚਿਓ ਜਬ ਲਗੋ, ਤੇ ਇਸ ਜਦੋਂ ਤੱਕ ਨੇੜੇ ਪਹੁੰਚਦਾ ਹੈ ਮਾਹੀ, ਰਹਿ ਦੇਖਤ ਸੋ, ਤੇ ਰਾਏ ਕੱਲਾ ਕਹਿੰਦਾ ਤੂੰ ਵੇਖਦਾ ਰਹੋ। ਉਤਰਿਓ ਤਰ ਪਰ ਤੇ ਤਰੇ, ਤੇ ਜਦੋਂ ਬਿਲਕੁਲ ਨੇੜੇ ਆਇਆ ਦਿਸਣ ਲੱਗ ਪਿਆ ਨਾ ਦੂਰੋਂ ਉਸ ਨੂੰ ਚੜੇ ਹੋਏ ਰੁੱਖ ਤੇ, ਕਹਿਣ ਲੱਗਾ ਰਾਏ ਜੀ ਹੁਣ ਤਾਂ ਮਾਹੀ ਲੱਗਦਾ ਏ ਤਾਂ ਨੇੜੇ ਆ ਗਿਆ ਏ। ਤੇ ਫਿਰ ਰੁੱਖ ਤੋਂ ਥੱਲੇ ਉਤਰਿਆ ਏ। ਸੁਣ ਕਰ ਸਭ ਕੋ, ਸੁਣ ਕਰਕੇ ਸਾਰੇ ਜਿਹੜੇ ਉੱਥੇ ਖਲੋਤੇ ਸੀ, ਬਰਾੜ ਸਿੰਘ ਵੀ ਖਲੋਤੇ ਆ। ਗਮਨਿਓ ਜੋਜਨ 20 ਮਗ, ਤੇ ਇਹ ਇਸ ਪ੍ਰਕਾਰ ਜਿਹੜਾ ਹੈ ਜਿਹੜਾ ਇਉਂ 40 ਕੋਹ ਦਾ ਤੇ ਰਸਤਾ ਸੀਗਾ, ਜਾਣ ਤੇ 40 ਆਉਣ। ਕਹਿੰਦੇ ਇਉਂ ਇਹ 40 ਦਾ 20 ਕੋਹ ਵਾਲਾ ਰਸਤਾ ਕਿਵੇਂ ਬਣ ਗਿਆ। ਮਨ ਮਹਿ ਬਿਸਮਾਏ, ਮਨ ਦੇ ਅੰਦਰ ਸਾਰੇ ਹੀ ਬੜੇ ਹੈਰਾਨ ਹੋ ਗਏ ਕਰਾਮਾਤ ਸਾਹਿਬ ਗੁਰੂ, ਕਿ ਸੱਚੇ ਪਾਤਸ਼ਾਹ ਜੀ ਤਾਂ ਗਰੀਬ ਨਵਾਜ ਸਰਬ ਕਲਾ ਸਮਰੱਥ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਾਮਾਤ ਸ਼ਕਤੀਆਂ ਦੇ ਸਹਿਤ ਹਨ। ਅਚਰਜ ਦਿਖਰਾਏ, ਇਹ ਮਹਾਰਾਜ ਜੀ ਨੇ ਬੜਾ ਹੀ ਅਚਰਜ ਦਿਖਾ ਦਿੱਤਾ, ਬੜਾ ਹੀ ਅਚੰਭਾ ਸਤਿਗੁਰਾਂ ਜੀ ਨੇ ਦਿਖਾ ਦਿੱਤਾ ਏ। ਇਤਨੇ ਮਹਿ ਮਾਹੀ ਆਇਓ, ਇਹਨੇ ਨੂੰ ਸਤਿਗੁਰੂ ਜੀ ਵੀ ਉੱਠ ਕੇ ਮਹਾਰਾਜ ਅੱਗੇ ਗਏ ਆ। ਜਦੋਂ ਮਹਾਰਾਜ ਸੁਣਿਆ ਕਿ ਮਾਹੀ ਆਇਆ ਹੈ, ਕਿੰਨੀ ਸਤਿਗੁਰਾਂ ਜੀ ਦੇ ਮਨ ਦੇ ਅੰਦਰ ਤਾਂਘ ਹੈ, ਸਰਹੰਦ ਤੋਂ ਕੀ ਖਬਰ ਆਈ ਹੈ। ਸਤਿਗੁਰੂ ਜੀ ਵੀ ਉੱਠ ਕਰਕੇ ਅੱਗੇ ਨੂੰ ਗਏ ਆ। ਇਹਨਾਂ ਨੂੰ ਮਾਹੀ ਵੀ ਨੇੜੇ ਆ ਗਿਆ ਹੈ ਜਿੱਥੇ ਮਹਾਰਾਜ ਦਾ ਸ਼ਿਵਰ ਲੱਗਾ ਏ। ਕਰ ਬੰਧਨ ਬੈਸਾ, ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਤਿਗੁਰੂ ਜੀ ਫਿਰ ਸ਼ਿਵਰ ਵੱਲ ਨੂੰ ਆਏ ਐ ਤੇ ਗਰੀਬ ਨਵਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਮਾਹੀ ਨੇ, ਤੇ ਹਜੂਰ ਦੇ ਚਰਨਾਂ ਵਿੱਚ ਬੈਠ ਗਿਆ ਹੈ। ਜਿਹੜਾ ਅੱਜ ਇਹ ਗੁਰਦੁਆਰਾ ਸਾਹਿਬ ਹੈ, ਇੱਥੇ ਰੁੱਖ ਸੀਗਾ ਤੇ ਰੁੱਖ ਦੀ ਮਣ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠੇ ਸੀਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਆਸਣ ਤਾਂ ਜਿਹੜਾ ਲੱਗਾ ਹੋਇਆ ਉਸ ਤੋਂ ਹਟਵੇਂ ਹੀ ਸਤਿਗੁਰੂ ਜੀ ਬੈਠ ਗਏ ਗਰੀਬ ਨਵਾਜ, ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਸੁੰਦਰ ਵਸਤਰ ਵਿਛਾ ਦਿੱਤਾ। ਸਤਿਗੁਰੂ ਜੀ ਉਸ ਰੁੱਖ ਦੀ ਮਣ ਤੇ ਗਰੀਬ ਨਵਾਜ ਜੀ ਬੈਠ ਗਏ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਮਾਹੀ ਬੈਠ ਗਿਆ। ਕਹਿਓ ਸਿਰੰਦ ਬਿਰਤੰਤ ਕੋ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪੁੱਛਿਆ ਹੈ ਸਰਹੰਦ ਦਾ ਬਿਰਤਾਂਤ, ਕਿ ਜਦੋਂ ਬੈਠ ਗਿਆ ਹੈ ਨੂਰਾ ਮਾਹੀ ਤੇ ਸਤਿਗੁਰੂ ਜੀ ਪੁੱਛਣ ਲੱਗੇ ਕਿ ਸਰਹੰਦ ਤੋਂ ਕੀ ਖਬਰ ਲੈ ਕੇ ਆਇਆ ਹੈ। ਬਰਾੜ ਸਿੰਘ ਵੀ ਖਲੋਤੇ ਐ, ਭਾਈ ਦਇਆ ਸਿੰਘ ਸਾਹਿਬ ਜੀ ਵੀ ਬੜੀ ਉਤਸੁਕਤਾ ਨਾਲ ਜਾਣਨ ਲਈ ਖਲੋਤੇ ਐ। ਰਾਏ ਕੱਲਾ ਉਸ ਦੇ 300 ਸਿਪਾਹੀ ਖੜੇ ਐ ਕਿ ਸਰਹੰਦ ਤੋਂ ਕੀ ਖਬਰ ਆਈ ਹੈ, ਕਿਉਂਕਿ ਤਾਂ ਸਭ ਨੂੰ ਪਤਾ ਹੈ ਮਹਾਰਾਜ ਦੇ ਸਾਹਿਬਜ਼ਾਦੇ ਉੱਥੇ ਕੈਦ ਨੇ, ਮਾਤਾ ਜੀ ਉੱਥੇ ਕੈਦ ਹਨ, ਪਰ ਉੱਥੋਂ ਖਬਰ ਕੀ ਆਈ ਹੈ ਸਭ ਦੇ ਮਨ ਵਿੱਚ ਬੜੀ ਹੀ ਤੇ ਸਮੇਂ ਉਤਸੁਕਤਾ ਹੈ ਜਾਣਨ ਦੀ। ਤੇ ਜਿਹੜਾ
ਨੂਰਾ ਮਾਹੀ ਜਾਣਦਾ ਹੈ ਕਿ ਉੱਥੇ ਕੀ ਵਾਪਰਿਆ ਏ। ਜਦੋਂ ਸਤਿਗੁਰਾਂ ਜੀ ਨੇ ਪੁੱਛਿਆ ਹੈ ਤੇ ਨੂਰਾ ਮਾਹੀ ਆਪਣਾ ਜਿਹੜਾ ਹੈ ਸਿਰ ਥੱਲੇ ਨੂੰ ਕਰਕੇ ਬਰਾਗ ਕਰਨ ਲੱਗ ਗਿਆ ਕਿ ਮੈਂ ਸਰਹੰਦ ਤੋਂ ਕੀ ਖਬਰ ਲੈ ਕੇ ਆਇਆ, ਉਹ ਸੱਚੇ ਪਾਤਸ਼ਾਹ ਜੀ ਨੂੰ ਕਿਵੇਂ ਦੱਸਾਂ। ਉਹਦਾ ਹਿਆ ਨਹੀਂ ਪੈ ਰਿਹਾ ਕਿ ਸਤਿਗੁਰੂ ਜੀ ਨੂੰ ਮੈਂ ਦਿਲ ਚੀਰਵੀਂ ਖਬਰ ਕਿਵੇਂ ਸੁਣਾਵਾਂ। ਫਿਰ ਦੂਸਰੀ ਵਾਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਨੂਰਾ ਮਾਹੀ ਦੱਸ ਤੂੰ ਸਰਹੰਦ ਤੋਂ ਕੀ ਖਬਰ ਲਿਆਇਆ ਏ। ਤੇ ਇਸ ਦੇ ਜਾਣੋ ਰਸਨਾ ਨੂੰ ਜਿਵੇਂ ਤਾਲਾ ਲੱਗ ਗਿਆ, ਜੜ ਹੋ ਗਿਆ, ਨੂਰਾ ਬੋਲਣ ਦੀ ਸ਼ਕਤੀ ਨਾ ਰਹੀ ਕਿ ਕੀ ਦੱਸਾਂ ਮੈਂ ਸਰਹੰਦ ਤੋਂ ਕੀ ਖਬਰ ਲੈ ਕੇ ਆਇਆ। ਇਹਦੇ ਮਨ ਦੀ ਅਵਸਥਾ ਨੂੰ ਵੇਖ ਕੇ ਬਰਾਗ ਕਰੀ ਜਾਂਦੇ ਹੋਏ ਨੂਰੇ ਨੂੰ ਵੇਖ ਕੇ ਸਤਿਗੁਰਾਂ ਜੀ ਨੇ ਆਖਿਆ ਕਿ ਮਾਹੀ ਸਾਨੂੰ ਪਤਾ ਹੈ ਸਰਹੰਦ ਵਿੱਚ ਕੀ ਹੋਇਆ, ਹੌਸਲਾ ਰੱਖ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ 10 ਸਾਰੇ ਸਾਡੇ ਕੋਲ ਸਿੰਘ ਖਲੋਤੇ ਜਾਣਨਾ ਚਾਹੁੰਦੇ ਐ ਸਾਡੇ ਸਾਹਿਬਜ਼ਾਦਿਆਂ ਨੇ ਕਿਵੇਂ ਸ਼ਹਾਦਤ ਪਾਈ ਹੈ ਦੱਸ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਬਚਨ ਕਹੇ ਹੈ, ਨੂਰੇ ਮਾਹੀ ਨੂੰ ਬੋਲਣ ਦੀ ਸਮਰੱਥਾ ਪ੍ਰਾਪਤ ਹੋਈ ਤੇ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਨੂਰਾ ਮਾਹੀ ਫਿਰ ਸਰਹੰਦ ਦੀ ਸਾਰੀ ਉਦਾਸਤਾ ਸੁਣਾਉਣ ਲੱਗਾ ਏ। ਕਹਿਓ ਸਰਹੰਦ ਬ੍ਰਿਤੰਤ ਕੋ, ਕਹਿਣ ਲੱਗਾ ਸਰਹੰਦ ਦਾ ਸਾਰਾ ਬਿਰਤਾਂਤ ਦੇਖਿਓ ਤਹ ਕੈਸਾ। ਜਿਸ ਤਰ੍ਹਾਂ ਉੱਥੇ ਵੇਖਿਆ ਹੈ ਸਰਹੰਦ ਦੇ ਅੰਦਰ, ਸਤਿਗੁਰੂ ਜੀ ਕਹਿੰਦੇ ਕਿਸ ਤਰ੍ਹਾਂ ਤਾਂ ਵੇਖਣਾ ਕੀਤਾ ਹੈ, ਕਹਿ ਸਾਰਾ ਸਰਹੰਦ ਦਾ ਬਿਰਤਾਂਤ। ਹਾਥ ਜੋੜ ਕਰ ਤਬ ਕਹਿਓ, ਹੱਥ ਜੋੜ ਕਰਕੇ ਨੂਰੇ ਮਾਹੀ ਨੇ ਤਦੋਂ ਫਿਰ ਕਹਿਣਾ ਕੀਤਾ। ਜੁਗ ਸਾਹਿਬ ਸਾਦੇ, ਸੱਚੇ ਪਾਤਸ਼ਾਹ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਮਹਾ ਮਲੇਛਨ ਹੱਥ ਦਏ। ਮਹਾਰਾਜ ਵੱਡੇ ਮਲੇਸ਼ਾਂ ਪਾਪੀਆਂ ਨੇ ਆਪ ਦੇ ਸਾਹਿਬਜ਼ਾਦਿਆਂ ਨੂੰ, ਆਪ ਦੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਏ। ਕਰ ਦੀਰਘ ਬਾਦੇ, ਬਹੁਤ ਮਹਾਰਾਜ ਇਹੋ ਜਿਹਾ ਉਹਨਾਂ ਨੇ ਪਾਪ ਕਮਾਇਆ ਦੀਰਘ ਵੱਡਾ ਕਿ ਸੱਚੇ ਪਾਤਸ਼ਾਹ ਜੀ ਆਪ ਦੇ ਸਾਹਿਬਜ਼ਾਦਿਆਂ ਨੂੰ ਬੜੀ ਬੇਰਹਿਮੀ ਨਾਲ ਉਹਨਾਂ ਨੇ ਸ਼ਹੀਦ ਕੀਤਾ ਏ। ਪੁਨਹਿ ਰਾਏ ਕੱਲੇ ਕਹਿਓ, ਫਿਰ ਰਾਏ ਕੱਲਾ ਜੀ ਕੋਲ ਖਲੋਤੇ ਐ, ਉਹ ਤੇ ਸਮੇਂ ਕਹਿਣ ਲੱਗੇ ਵਿਛੁਰੇ ਗੁਰ ਸੰਗਾ, ਕਿ ਜਦੋਂ ਵਿਛੜੇ ਸੀ ਸਤਿਗੁਰੂ ਜੀ ਦੇ ਨਾਲੋਂ ਤਹਤੇ ਕਿਤ ਪਕੜੇ ਗਏ। ਤਹਿ ਸਥਾਨ ਤੋਂ ਅੱਗੇ ਕਿੱਧਰ ਨੂੰ ਗਏ ਤੇ ਕਿਵੇਂ ਮਹਾਰਾਜ ਦੇ ਸਾਹਿਬਜ਼ਾਦੇ ਪਕੜੇ ਗਏ, ਕਿਮ ਭਇਓ ਪ੍ਰਸੰਗਾ, ਕਿਵੇਂ ਸਾਰਾ ਪ੍ਰਸੰਗ ਹੋਇਆ ਉਹ ਦੱਸਣਾ ਕਾਰ। ਸਰਬ ਛੋਰ ਤੇ ਅੰਤ ਲਾਓ, ਤੇ ਸਾਰਾ ਸ਼ੁਰੂ ਤੋਂ ਅੰਤ ਤੱਕ ਅਬ ਦੇਹੁ ਸੁਨਾਈ। ਹੁਣ ਤੂੰ ਮਾਹੀ ਸੁਣਾ ਦੇਣਾ ਕਰ, ਦੱਸ ਦੇਣਾ ਕਰ। ਜਿਸ ਹਿਤ ਸ੍ਰੀ ਸਤਿਗੁਰ ਥਿਰੇ, ਜਿਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਸਾਡੇ ਕੋਲ ਰੁਕੇ ਹੋਏ ਐ, ਜਿਸ ਖਬਰ ਨੂੰ ਪ੍ਰਾਪਤ ਕਰਨ ਵਾਸਤੇ ਕਹੀਏ ਸਮਝਾਈ। ਸਾਰਾ ਚੰਗੀ ਤਰ੍ਹਾਂ ਸਮਝਾ ਕੇ ਦੱਸਣਾ ਕਰ। ਤਬ ਮਾਹੀ ਕਰ ਬੰਦ ਕਰ, ਤਦੋਂ ਮਾਹੀ ਨੇ ਦੋਵੇਂ ਹੱਥ ਜੋੜ ਕਰਕੇ ਵਿੱਚ ਸਭਾ ਉਚਾਰੀ। ਸਾਰੀ ਸਤਿਗੁਰਾਂ ਜੀ ਦੀ ਲੱਗੀ ਹੋਈ ਸਭਾ ਵਿੱਚ ਕਹਿਣਾ ਕੀਤਾ। ਸੁਨੋ ਪ੍ਰਭੂ ਵਿਛਰੇ ਜਬੈ, ਸੱਚੇ ਪਾਤਸ਼ਾਹ ਜੀ ਸੁਣੋ ਗਰੀਬ ਨਵਾਜ ਜਦੋਂ ਆਪ ਜੀ ਤੋਂ ਵਿਛੜ ਗਏ ਆਪ ਜੀ ਦੇ ਸਾਹਿਬਜ਼ਾਦੇ। ਇੱਕ ਵਿਪਰ ਅਗਾਰੀ, ਮਹਾਰਾਜ ਇੱਕ ਵਿਪਰ ਬ੍ਰਾਹਮਣ ਜਿਹੜਾ ਸੀ ਨਾ ਸੱਚੇ ਪਾਤਸ਼ਾਹ ਜੀ ਉਹ ਅੱਗੇ ਮਿਲਿਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਿਹੜਾ ਸੀਗਾ ਇਹ ਗੰਗੂ ਬ੍ਰਾਹਮਣ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦਾ ਜਿਵੇਂ ਇਤਿਹਾਸਕਾਰਾਂ ਨੇ ਕਈਆਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਸਾਹਿਬ ਦੇ ਘਰ ਦਾ ਰਸੋਈਆ ਸੀਗਾ। ਇਹ ਬ੍ਰਾਹਮਣ ਮਹਾਰਾਜ ਦੇ ਘਰ ਦਾ ਰਸੋਈਆ ਨਹੀਂ ਹੋ ਸਕਦਾ। ਸੁੱਕੀ ਰਸਤ ਆਦਿਕ ਲੈ ਕਰਕੇ ਆਉਣੀ ਤੇ ਇਉਂ ਵਪਾਰੀ ਲੋਕ ਆਇਆ ਕਰਦੇ ਸੀ, ਜਿਵੇਂ ਘੋੜਿਆਂ ਦੇ ਵਪਾਰੀ ਆਉਂਦੇ ਸੀਗੇ, ਇਹ ਵੀ ਸੁੱਕੀ ਰਸਤ ਆਦਿਕ ਲੈ ਕਰਕੇ ਆਉਂਦਾ ਜਾਂਦਾ ਸੀ। ਗੁਰੂ ਘਰ ਦੇ ਅੰਦਰ ਇਹਦੀ ਪਹਿਚਾਣ ਸੀਗੀ, ਪਰ ਮਹਾਰਾਜ ਦਾ ਰਸੋਈਆ ਨਹੀਂ ਸੀਗਾ। ਇਹ ਗੰਗੂ ਨਾਮ ਦਾ ਇਹ ਬ੍ਰਾਹਮਣ ਤੇ ਖੇੜੀ ਦਾ ਰਹਿਣ ਵਾਲਾ, ਇਹਦਾ ਜ਼ਿਕਰ ਨੂਰੇ ਮਾਹੀ ਨੇ ਕੀਤਾ ਹੈ। ਤੇ ਜਿਵੇਂ ਕਵਿਰਾਜ ਜੀ ਨੇ ਆਪਣੇ ਸਮੇਂ ਵਿੱਚ ਇਤਿਹਾਸ ਦੀਆਂ ਸਾਰੀਆਂ ਜਿਹੜੀਆਂ ਹਨ ਉਹ ਖੋਜਾਂ ਕਰਕੇ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਇਸ ਇਤਿਹਾਸ ਨੂੰ ਲਿਖਤਬੰਦ ਕੀਤਾ ਹੈ। ਮਾਤਾ ਜੀ ਦੇ ਜਿਹੜਾ ਹੈ ਵਿਛੜਨ ਤੋਂ ਹੋਰ ਜਿਹੜਾ ਹੈ ਇਤਿਹਾਸਕਾਰਾਂ ਨੇ, ਨਵੀਨ ਕੁਝ ਇਤਿਹਾਸਕਾਰਾਂ ਨੇ ਖੋਜਾਂ ਕੀਤੀਆਂ ਹਨ। ਜਦੋਂ
ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਹੈ, ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਸਰਸਾ ਦੇ ਇਸ ਕੰਢੇ ਤੇ ਹੀ ਜੰਗਲ ਦੇ ਬਿਖੜੇ ਪੈਂਡੇ ਤੁਰੇ ਗਏ। ਜਿੱਥੇ ਕੁਮਾ ਮਾਸ਼ਕੀ ਦੀ ਝੁੱਗੀ ਹੈ, ਇੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਰਾਤ ਦਾ ਸਮਾਂ, ਇੱਕ ਰਾਤ ਦਾ ਸਮਾਂ ਬਤੀਤ ਕੀਤਾ। ਇੱਥੇ ਹੀ ਜਿਹੜਾ ਸੀ ਨਾ, ਇਹ ਗੰਗੂ ਬ੍ਰਾਹਮਣ ਖੇੜੀ ਦਾ ਰਹਿਣ ਵਾਲਾ, ਇਹ ਕਨਸੋਲ ਲੈ ਕਰਕੇ ਇੱਥੇ ਆਇਆ ਅਤੇ ਇੱਥੋਂ ਫਿਰ, ਕਿਉਂਕਿ ਇਹ ਇਰਾਦਾ ਹੀ ਇਹ ਧਾਰ ਕੇ ਆਇਆ ਸੀਗਾ ਕਿ ਮਾਤਾ ਸਾਹਿਬ ਤੇ ਸਾਹਿਬਜ਼ਾਦਿਆਂ ਕੋਲ ਜ਼ਰੂਰ ਧਨ ਹੋਵੇਗਾ ਤੇ ਮੈਂ ਗੁਰੂ ਘਰ ਦਾ ਧਨ ਜਿਹੜਾ ਹੈ ਉਹ ਕਿਸ ਤਰ੍ਹਾਂ ਪ੍ਰਾਪਤ ਕਰ ਲਵਾਂ, ਲਾਲਚ ਦੇ ਵਿੱਚ ਸੀਗਾ। ਮਾਤਾ ਸਾਹਿਬ ਜੀ ਨੇ ਇਹਦੇ ਤੇ ਭਰੋਸਾ ਕੀਤਾ ਤੇ ਜਿਵੇਂ ਇਹ ਗੰਗੂ ਬ੍ਰਾਹਮਣ ਆਪਣੇ ਨਗਰ ਨੂੰ ਲੈ ਤੁਰਿਆ ਹੈ, ਇਉਂ ਮਾਹੀ ਸਤਿਗੁਰਾਂ ਜੀ ਨੂੰ ਸੁਣਾਉਣ ਲੱਗਾ ਏ। ਸੁਨੋ ਪ੍ਰਭੂ ਵਿਛੜੇ ਜਬੈ। ਇਹ ਸੱਚੇ ਪਾਤਸ਼ਾਹ ਜਦੋਂ ਆਪ ਜੀ ਤੋਂ ਵਿਛੜ ਗਏ, ਆਪ ਜੀ ਦੇ ਸਾਹਿਬਜ਼ਾਦੇ, ਇੱਕ ਵਿਪਰ ਅਗਾਰੀ, ਇੱਕ ਵਿਪਰ ਬ੍ਰਾਹਮਣ ਜਿਹੜਾ ਸੀ ਉਹ ਅੱਗੇ ਆਇਆ, ਮਿਲਿਆ। ਸੰਗ ਮਾਤ ਕੇ ਕਪਟ ਕਰ। ਉਹਨੇ ਮਾਤਾ ਜੀ ਦੇ ਨਾਲ ਬਹੁਤ ਕਪਟ ਕੀਤਾ, ਛਲ ਕਰਨਾ ਕੀਤਾ। ਲੈ ਗਇਓ ਨਿਰਾਲਾ। ਤੇ ਲੈ ਗਿਆ ਉੱਥੋਂ ਨਿਰਾਲਾ ਵੱਖਰਾ, ਮਾਤਾ ਜੀ ਨੂੰ ਇਹ ਕਹਿ ਕੇ ਕਿ ਮੈਂ ਗੁਰੂ ਜੀ ਦੇ ਕੋਲ ਤੁਹਾਨੂੰ ਪਹੁੰਚਾ ਦੇਵਾਂਗਾ। ਪਹੁੰਚਿਓ ਆਪਣੇ ਗ੍ਰਾਮ ਲੈ। ਤੇ ਆਪਣੇ ਨਗਰ ਲੈ ਕਰਕੇ ਪਹੁੰਚਿਆ। ਇੱਥੇ ਭਾਵੇਂ ਕਿ ਸੰਖੇਪ ਰੂਪ ਵਿੱਚ ਆ ਰਿਹਾ ਹੈ, ਪਰ ਹੁਣ ਜੋ ਇਤਿਹਾਸਕਾਰਾਂ ਨੇ ਖੋਜ ਕੀਤੀ ਹੈ, ਇਹ ਮਾਤਾ ਸਾਹਿਬ ਜੀ ਨੂੰ 2 ਦਿਨ ਤੇ 1 ਰਾਤ ਘਰੋਂ ਬਾਹਰ ਹੀ ਇਸ ਨੇ ਜਿਹੜਾ ਸੀ ਨਾ ਬਹੁਤ ਪਰੇਸ਼ਾਨ ਕੀਤਾ। ਤੇ ਮਾਤਾ ਜੀ ਨੇ ਜੰਗਲ ਵਿੱਚ ਹੀ, ਵੇਖੋ ਇਹੋ ਜੀਆਂ ਠੰਡੀਆਂ ਰਾਤਾਂ ਤੇ ਬਿਨਾਂ ਵਸਤਰ ਤੋਂ ਮਾਤਾ ਜੀ ਨੇ ਜਿਹੜਾ ਸੀ ਸਮਾਂ ਬਤੀਤ ਕੀਤਾ। ਫਿਰ ਅਗਲੀ ਜਿਹੜੀ ਸ਼ਾਮ ਸੀ, ਮੂੰਹ ਹਨੇਰੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਘਰ ਵਿੱਚ ਲੈ ਕਰਕੇ ਪ੍ਰਵੇਸ਼ ਹੋਇਆ ਸੀਗਾ। ਤਰ ਲੋਭ ਵਿਸਾਲਾ। ਬਹੁਤ ਇਹਦੇ ਮਨ ਦੇ ਅੰਦਰ ਲੋਭ ਸੀਗਾ, ਲਾਲਚ ਸੀਗਾ ਮਾਇਆ ਦਾ। ਸਿਅੰਦਨ ਮਹਿ ਮਾਤਾ ਹੁਤੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਾਤਾ ਜੀ ਨੂੰ ਉਸ ਸਮੇਂ ਇਹ ਜਿਹੜਾ ਸੀ ਸਿਅੰਦਨ, ਜਿਹੜਾ ਇੱਕ ਰੱਥ ਦੇ ਅੰਦਰ ਲੁਕਾ ਕਰਕੇ, ਗੱਡੇ ਦੇ ਅੰਦਰ ਲੁਕਾ ਕਰਕੇ ਲੈ ਕਰਕੇ ਗਿਆ ਸੀਗਾ। ਦਵੈ ਸਾਹਿਬਜ਼ਾਦੇ। 2 ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਛੋਟੇ, ਇੱਕ ਖੱਚਰ ਇੱਕ ਦਾਸ ਤੇਹ। ਤੇ ਇੱਕ ਉਸ ਸਮੇਂ ਇਹ ਮਾਹੀ ਨੇ ਜ਼ਿਕਰ ਕੀਤਾ ਹੈ ਕਿ ਇੱਕ ਦਾਸ ਨਾਲ ਸੀਗਾ ਤੇ ਇੱਕ ਖੱਚਰ ਸੀਗੀ ਭਰੀ ਹੋਈ ਖੁਰਜੀ, ਜਿਨ੍ਹਾਂ ਉੱਤੇ ਮੋਹਰਾਂ ਦੀ ਲੱਦੀ ਹੈ। ਦੀਨਾਰ ਨ ਲਾਦੇ। ਦਿਨਾਰ ਜਿਹੜੇ ਮੋਹਰਾਂ ਹਨ ਉਹ ਲੱਦੀਆਂ ਹੋਈਆਂ ਨੇ। ਵਿਪਰ ਉਤਾਰੇ ਸਦਨ ਮਹਿ। ਵਿਪਰ ਬ੍ਰਾਹਮਣ ਨੇ, ਗੰਗੂ ਨੇ ਆਪਣੇ ਘਰ ਵਿੱਚ ਉਤਾਰਾ ਕਰਵਾਇਆ। ਸਭ ਵਸਤ ਉਤਾਰੀ। ਸਾਰੀਆਂ ਵਸਤੂਆਂ ਜਿਹੜੀਆਂ ਸੀ ਉਤਾਰਨਾ ਕੀਤੀਆਂ। ਗ੍ਰਾਮ ਨਾਮ ਖੇੜੀ ਹੁਤੋ। ਉਹਦਾ ਨਾਮ ਮਹਾਰਾਜ ਖੇੜੀ ਹੈ ਉਸ ਨਗਰ ਦਾ। ਦਿਜ ਅਦਮ ਕੁਚਾਰੀ। ਬਹੁਤ ਨੀਚ ਤੇ ਖੋਟੀ ਚਾਲ ਚੱਲਣ ਵਾਲਾ, ਅਦਮ ਨੀਚ ਜਿਹੜਾ ਉਹ ਮਹਾਰਾਜ ਬ੍ਰਾਹਮਣ। ਕੁਛਕ ਮਸੰਦੀ ਪੀ ਕਰੀ। ਮਹਾਰਾਜ ਕੁਝ ਮਸੰਦੀ ਵੀ ਉਸਨੇ ਕਰਨਾ ਕੀਤੀ ਹੈ। ਇਹ ਸਤਿਗੁਰੂ ਜੀ ਦੇ ਕੋਲ ਉਹਦੀ ਚਨਾਰੀ ਪਹਿਚਾਨ ਕਰਵਾ ਰਿਹਾ ਮਾਹੀ ਕਿ ਮਹਾਰਾਜ ਉਹ ਘਰ ਦੇ, ਆਪ ਜੀ ਦੇ ਘਰ ਦੇ ਅੰਦਰ ਕੁਝ ਕੇ ਇਸ ਇਲਾਕੇ ਦੀ ਸਿੱਖ ਸੰਗਤਾਂ ਨੂੰ ਵੀ ਲੈ ਕੇ ਜਾਂਦਾ ਰਿਹਾ ਏ। ਇਸ ਹੇਤ ਚਨਾਰੀ। ਇਸ ਕਰਕੇ ਮਹਾਰਾਜ ਉਹਦੀ ਇਹ ਪਹਿਚਾਨ ਦੱਸਦੇ ਹਨ ਸਿੱਖ। ਮధుਰ ਬਾਕ ਕਹਿ ਲੈ ਗਇਓ। ਮਿੱਠੇ ਵਾਕ ਕਹਿ ਕੇ ਕਪਟ ਨਾਲ, ਛਲ ਨਾਲ ਮਾਤਾ ਜੀ ਨੂੰ ਲੈ ਕੇ ਚਲਿਆ ਗਿਆ ਸੀਗਾ। ਧਨ ਸੰਗ ਨਿਹਾਰੀ। ਤੇ ਮਾਤਾ ਜੀ ਦੇ ਕੋਲ ਧਨ ਜਿਹੜਾ ਸੀ ਉਹ ਇਸ ਨੇ ਵੇਖਣਾ ਕੀਤਾ। ਖੱਚਰ ਪਰ ਖੁਰਜੀ ਤਕੀ। ਤੇ ਖੱਚਰ ਦੇ ਉੱਤੇ ਉਹ ਧਨ ਦੀ ਖੁਰਜੀ ਜਦੋਂ ਇਸ ਵੇਖਣਾ ਕੀਤੀ। ਦੀਨਾਰਨ ਕੇਰੀ। ਜਿਹਦੇ ਵਿੱਚ ਦਿਨਾਰ ਮੋਹਰਾਂ ਹਨ। ਬਿਸਰਾਮੇ ਬਹੁ ਥਕਤ ਭੇ। ਤੇ ਬਹੁਤੇ ਥਕਾਵਟ ਹੋਣ ਕਰਕੇ ਤੇ ਕਈਆਂ ਦਿਨਾਂ ਦੇ ਭੁੱਖੇ ਐ, ਕੁੰਮੇ ਮਾਸ਼ਕੀ ਦੇ ਉਸ ਝੁੱਗੀ ਚੋਂ ਹੀ ਰਾਤ ਕੁਝ ਜੋ ਉਸ ਕੋਲ ਸੀਗਾ ਗਰੀਬ ਕੋਲ ਉਸਨੇ ਭੇਟ ਕੀਤਾ। ਤੇ ਮਾਤਾ ਜੀ ਜਦੋਂ ਕੁਝ ਕੁ ਛੱਕ ਕੇ ਫਿਰ ਆਰਾਮ ਕੀਤਾ ਏ। ਚੱਲ ਬਾਟ ਵਡੇਰੀ। ਕਿਉਂਕਿ ਵੱਡੀ ਬਾਟ ਰਸਤਾ ਜਿਹੜਾ ਉਹ ਚੱਲਣਾ ਪਿਆ। ਆਂਖ ਬਚਾਏ ਉਠਾਏ ਕਰ ਲੈ ਕੇ। ਤੇ ਅੱਖ ਬਚਾ ਕਰਕੇ ਨਾ ਇਹਨੇ ਉਹ ਖੁਰਜੀ ਜਿਹੜੀ ਧਨ ਵਾਲੀ ਸੀ ਉਹ ਉਠਾ ਲੈਣਾ ਕੀਤੀ। ਪਹਿਲਾਂ ਤਾਂ ਜਿਵੇਂ ਇਹ ਵੀ ਇਤਿਹਾਸਕਾਰਾਂ ਜ਼ਿਕਰ ਕੀਤਾ ਹੈ ਕਿ ਏਡਾ ਪਾਪੀ ਸੀ ਕਿ ਇਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਖਾਣੇ ਵਿੱਚ ਜ਼ਹਿਰ ਪਾ ਕੇ ਮਾਰ ਦੇਣਾ ਚਾਹੁੰਦਾ ਸੀਗਾ ਤੇ ਧਨ ਦੇ ਲਾਲਚ ਵਿੱਚ।
ਪਰ ਇਸ ਦੀ ਘਰਵਾਲੀ ਨੇ ਤੇ ਇਹਦੀ ਮਾਤਾ ਨੇ ਇਸ ਘੋਰ ਪਾਪ ਤੋਂ ਇਹਨੂੰ ਵਰਜਿਆ ਕਿ ਇਹ ਪਾਪ ਨਹੀਂ ਅਸੀਂ ਕਰ ਸਕਦੇ। ਫਿਰ ਇਹਦਾ ਮਨ ਜਿਹੜਾ ਸੀ ਇਸ ਤਰ੍ਹਾਂ ਹੋਇਆ ਕਿ ਮੈਂ ਧਨ ਜਿਹੜਾ ਉਹ ਰਾਤ ਨੂੰ ਚੁਰਾ ਲੈਣਾ ਕਰਾਂ। ਇਵੇਂ ਹੀ ਪਾਪੀ ਨੇ ਵੇਖੋ ਮਾਤਾ ਸਾਹਿਬ ਤਾਂ ਕਿਹੋ ਜਿਹਾ ਕਹਿਰ ਟੁੱਟਿਆ ਤੇ ਪਰਿਵਾਰ ਦਾ ਪਤਾ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਧਰ ਚਲੇ ਗਏ ਹੈ, ਵੱਡੇ ਸਾਹਿਬਜ਼ਾਦੇ ਕਿੱਧਰ ਹਨ ਤੇ ਸੱਚੇ ਪਾਤਸ਼ਾਹ ਜੀ ਦੇ ਮਹਿਲ ਕਿੱਧਰ ਹਨ, ਕੋਈ ਪਤਾ ਨਹੀਂ ਇਸ ਵਕਤ ਮਾਤਾ ਜੀ ਨੂੰ। ਤੇ ਇਹਨਾਂ ਪਰਿਵਾਰ ਦੇ ਉੱਤੇ ਇਹ ਸੰਕਟ ਦਾ ਸਮਾਂ ਤੇ ਇਹ ਵੇਖੋ ਕੈਸੀ ਇਹ ਕੌਮ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ, ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਧੋਖੇ ਦੇ ਨਾਲ ਛਲਣਾ ਚਾਹੁੰਦਾ ਤੇ ਰਾਤ ਦੇ ਸਮੇਂ ਮਾਇਆ ਨੂੰ ਜਿਹੜਾ ਹੈ ਇਹ ਧਨ ਦੀ ਖੁਰਜੀ ਨੂੰ ਚਰਾਉਣ ਲੱਗਾ ਏ। ਆਂਖ ਬਚਾਏ ਉਠਾਏ ਕਰ, ਅੱਖ ਬਚਾ ਕਰਕੇ ਉਠਾ ਕਰਕੇ ਧਨ ਦੀ ਮੋਹਰਾਂ ਦੀ ਖੁਰਜੀ ਨੂੰ ਲੈ ਕੇ ਘਰ ਮਾਹੀ, ਲੈ ਕੇ ਆਪਣੇ ਹੀ ਘਰ ਦੇ ਅੰਦਰ ਦਾਬੀ ਅਵਨੀ ਕੇ ਬਿਖੈ, ਇਹਨੇ ਧਰਤੀ ਦੇ ਵਿੱਚ ਤੇ ਸਮੇਂ ਦੱਬਣਾ ਕੀਤੇ ਜਿਮ ਜਾਣਹਿ ਨਾਹੀ, ਜਿਵੇਂ ਕੋਈ ਜਾਣ ਨਾ ਲਵੇ, ਕਿਸੇ ਨੂੰ ਪਤਾ ਨਾ ਲੱਗ ਜਾਵੇ। ਕਿਤਕ ਬੇਰ ਮਹਿ ਆਣ ਕਰ, ਕਿੰਨੇ ਕੁ ਦੇਰ ਬਾਅਦ ਆਣ ਕਰਕੇ ਬੋਲਿਓ ਦਿਜ ਪਾਪੀ, ਤੇ ਇਹ ਪਾਪੀ ਜਿਹੜਾ ਸੀ ਪੰਡਤ ਬ੍ਰਾਹਮਣ ਬੋਲਿਆ ਲੋਕ ਗ੍ਰਾਮ ਕੇ ਚੋਰ ਹੈ। ਇਹ ਧਨ ਦੀ ਖੁਰਜੀ ਤਾਂ ਲੈ ਗਿਆ ਚੁੱਕ ਕੇ, ਲੁਕਾ ਵੀ ਲਈ ਤੇ ਮਾਤਾ ਜੀ ਨੂੰ ਸੁਣਾ ਕੇ ਕਹਿੰਦਾ ਇਸ ਨਾ ਪਿੰਡ ਵਿੱਚ ਚੋਰ ਬਹੁਤ ਹਨ, ਸੁਚਤੀ ਰੱਖ ਆਪੀ, ਤੇ ਆਪਣੇ ਸਮਾਨ ਦੀ ਸੰਭਾਲ ਰੱਖਣਾ ਕਰਿਓ। ਵਸਤ ਸੰਭਾਰੋ ਆਪਣੀ, ਸਾਰੀ ਹੀ ਆਪਣੀ ਵਸਤੂਆਂ ਜਿਹੜੀਆਂ ਸੰਭਾਲ ਕੇ ਰੱਖਿਓ। ਮੈਂ ਭਾਖ ਸੁਣਾਵੋ, ਇਹ ਮੈਂ ਕਹਿ ਕੇ ਚੰਗੀ ਤਰ੍ਹਾਂ ਤੁਹਾਨੂੰ ਦੱਸਦਾ ਹਾਂ। ਦੋਸ ਨਾ ਦੀਜੈ ਮੋਹਿ ਕੋ, ਜੇ ਕੋਈ ਚੀਜ਼ ਗਵਾਚ ਗਈ ਤਾਂ ਫਿਰ ਮੈਨੂੰ ਨਾ ਦੋਸ਼ ਦੇਣਾ ਕਰਿਓ। ਸਭ ਭੇਦ ਬਤਾਵੋ, ਸਾਰਾ ਭੇਦ ਮੈਂ ਤੁਹਾਡੇ ਤਾਈਂ ਦੱਸਦਾ। ਵੇਖੋ ਕਿੱਡਾ ਨੀਚ ਹੈ, ਮੋਹਰਾਂ ਚੱਕ ਕੇ ਲੁਕਾ ਲੀਆਂ ਤੇ ਉੱਤੋਂ ਦੱਸ ਰਿਹਾ ਕਿ ਮਾਤਾ ਜੀ ਨੂੰ ਕਿ ਨਗਰ ਦੇ ਵਿੱਚ ਚੋਰ ਵੜੇ ਆ ਤੇ ਆਪਣੀਆਂ ਚੀਜ਼ਾਂ ਸਾਰੀਆਂ ਸੰਭਾਲ ਕੇ ਰੱਖਿਓ। ਜੇ ਕੋਈ ਗਵਾਚ ਗਈ ਤਾਂ ਫਿਰ ਮੈਨੂੰ ਦੋਸ਼ ਨਾ ਦਿਓ, ਚੱਕ ਪਹਿਲਾਂ ਹੀ ਲਈਆਂ ਮੋਹਰਾਂ ਇਸ ਪਾਪੀ ਨੇ। ਦਾਸ ਗਇਓ ਥੋ ਵਹਿਰ ਕੋ, ਜਿਹੜਾ ਇੱਕ ਦਾਸ ਸੀ ਉਹ ਗਿਆ ਹੋਇਆ ਸੀ ਬਾਹਰ, ਸੋ ਤਿਸ ਛਿਨ ਆਇਓ, ਉਹ ਜਦੋਂ ਚੱਲ ਕਰਕੇ ਆਇਆ ਇਹ ਸੇਵਕ ਤਿਮਰ ਭਏ ਤੇ ਵਸਤ ਸਭ, ਤੇ ਹਨੇਰਾ ਪੈਣ ਤੋਂ ਸਾਰੀਆਂ ਵਸਤੂਆਂ ਜੋ ਹਨ ਸੰਭਾਰਨ ਲਾਇਓ, ਉਹਨੂੰ ਸੰਭਾਲਣ ਵਿੱਚ ਜਦੋਂ ਲਾਇਆ ਏ ਤਬਹਿ ਦਾਸ ਕਹੈ ਮਾਤ ਕੋ, ਤਦੋਂ ਦਾਸ ਨੇ ਕਿਹਾ ਮਾਤਾ ਜੀ ਨੂੰ ਖੁਰਜੀ ਵਿੱਚ ਨਾਹੀ, ਕਿ ਜਿਹੜੀ ਮੋਹਰਾਂ ਦੀ ਖੁਰਜੀ ਹੈ ਉਹ ਵਿੱਚ ਹੈ ਨੀ ਗੀ, ਬਸਤਰ ਆਦ ਸਭ ਹੈ ਧਰੇ, ਤੇ ਬਸਤਰ ਆਦਿਕ ਤਾਂ ਸਾਰੇ ਹੀ ਧਰੇ ਹੋਏ ਨੇ। ਮਾਤਾ ਸੁਨ ਪ੍ਰਾਹੀ, ਮਾਤਾ ਜੀ ਨੇ ਸੁਣ ਕਰਕੇ ਕਿਹਾ ਦਿਜ ਘਰ ਮਹਿ ਕੋ ਅਪਰ ਨਹਿ, ਕਿ ਪੰਡਤ ਦੇ ਇਸ ਬ੍ਰਾਹਮਣ ਗੰਗੂ ਦੇ ਘਰ ਵਿੱਚ ਕੋਈ ਹੋਰ ਤਾਂ ਹੈ ਨਹੀਂ, ਹਮ ਹੈ ਕੈਸੋ, ਇਹ ਅਸੀਂ ਆ ਜਾਂ ਇਹ ਹੈ। ਧਰੀ ਹੋਏਗੀ ਬੂਝ ਤੇ ਹੈ, ਤੇ ਉਹਨੇ ਰੱਖੀ ਹੋਣੀ ਹੈ ਕਿਤੇ ਸਾਂਭ ਕੇ, ਤੇ ਉਹਨੂੰ ਪੁੱਛਣਾ ਕਰ ਅੰਤਰ ਕਿਤ ਹੋ, ਕਿਤੇ ਅੰਦਰ ਹੋਵੇਗੀ। ਸੁਣ ਕੇ ਬੂਝਿਓ ਦਾਸ ਦਿਜ, ਜਦੋਂ ਦਾਸ ਨੇ ਪੁੱਛਿਆ ਹੈ ਇਸ ਗੰਗੂ ਬ੍ਰਾਹਮਣ ਦੇ ਤਾਂ ਹੀ ਖੁਰਜੀ ਤੈ ਲੀਨੀ, ਕਿ ਖੁਰਜੀ ਜਿਹੜੀ ਆ ਉਹ ਤੈਂ ਲੈਣਾ ਕੀਤੀ, ਉੱਥੋਂ ਸਾਂਭ ਕੇ ਕਿਤੇ ਰੱਖਣਾ ਕੀਤੀ ਹੋਵੇ, ਹੇਤ ਸੰਭਾਰਨ ਕੇ ਧਰੀ, ਸੰਭਾਲਣ ਵਾਸਤੇ ਕਿਤੇ ਰੱਖੀ ਹੋਵੇਗੀ, ਅੰਤਰਗਤ ਕੀਨੀ, ਤੇ ਕਿ ਇਸ ਪ੍ਰਕਾਰ ਅੰਦਰ ਕਿਤੇ ਸਾਂਭੀ ਹੋਵੇਗੀ। ਸੁਨਤ ਦਿਜਾਦਮ ਕੁਮਤ ਮਨ, ਐਸਾ ਖੋਟਾ ਮਨ ਤੇ ਅਦਮ ਨੀਚ ਸੁਣ ਕਰਕੇ ਉੱਚੀ ਧੁਨ ਭਾਖੇ, ਉੱਚੀ ਆਵਾਜ਼ ਵਿੱਚ ਬੋਲਣ ਲੱਗ ਪਿਆ ਇਹ ਮੁਝ ਕੋ ਗੁਣ ਤੁਮ ਕਰਿਓ। ਮਾਤਾ ਜੀ ਨੂੰ ਵੇਖੋ ਕਿੱਡਾ ਨੀਚ ਵੈ, ਕਹਿੰਦਾ ਕਿ ਚੰਗਾ ਤੁਸੀਂ ਮੇਰਾ ਜਿਹੜਾ ਹੈ ਗੁਣ ਕੀਤਾ, ਬੜਾ ਮੇਰਾ ਜਿਹੜਾ ਹੈ ਇਸ ਪ੍ਰਕਾਰ ਗੁਣ ਪਾਇਆ ਕੀਤੀ ਸੇਵਾ ਦਾ। ਮਰਤੇ ਮੈਂ ਰਾਖੇ, ਕਹਿੰਦਾ ਮੈਂ ਤੁਹਾਨੂੰ ਮਰਦਿਆਂ ਨੂੰ ਰੱਖਣਾ ਕੀਤਾ ਹੈ। ਵੇਖੋ ਕਿਵੇਂ ਨੀਚ ਦਾ ਮਨ ਬਦਲਿਆ। ਕਦੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਤੇ ਨਮਸਕਾਰਾਂ ਇਹੋ ਜੇ ਕਰਦੇ ਹੋਣਗੇ, ਉੱਥੇ ਜਾ ਕਰਕੇ ਸ੍ਰੀ ਆਨੰਦਪੁਰ ਸਾਹਿਬ ਸਤਿਗੁਰਾਂ ਜੀ ਦੇ ਮਹਿਲਾਂ ਤੱਕ ਜਾਣ ਦਾ ਕਿਹਦਾ ਅਧਿਕਾਰ ਹੈ? ਇਹੋ ਜੇ ਪਾਪੀ ਲੋਕ ਜਦੋਂ ਸਮਾਂ ਬਦਲ ਗਿਆ ਹੈ ਤੇ ਕਿਹੋ ਜੇ ਔਖੇ ਸਮੇਂ ਵਿੱਚ ਕਹਿੰਦਾ ਮੈਂ ਤੁਹਾਨੂੰ ਮਸਾਂ ਮਰਦਿਆਂ ਨੂੰ ਬਚਾ ਰਿਹਾ ਹਾਂ,
ਐਸਾ ਅਦਮ ਨੀਚ ਹੈ। ਪਤਸ਼ਾਹੀ ਨਵ ਰੰਗ ਕੀ, ਕਹਿੰਦਾ ਪਾਤਸ਼ਾਹੀ ਤਾਂ ਨੌਰੰਗ ਦੀ ਹੈ, ਨੌਰੰਗੇ ਬਾਦਸ਼ਾਹ ਦੀ ਹੈ। ਨਹਿ ਦੂਸ਼ਣ ਲਾਵੋ, ਤੇ ਮੇਰੇ ਤੇ ਦੂਸ਼ਣ ਜਿਹੜਾ ਨਾ ਚੋਰੀ ਦਾ ਉਹ ਨਾ ਲਾਉਣਾ ਕਰੋ। ਆਨ ਗਹਿਗੇ ਤੁਰਤ ਹੀ, ਬੜੀ ਛੇਤੀ ਨਾਲ ਹੀ ਆ ਕੇ ਸਿਪਾਹੀ ਪਕੜ ਲੈਣਗੇ। ਮੁਝ ਚੋਰ ਬਨਾਵੋ, ਮੈਨੂੰ ਉਤੋਂ ਤੁਸੀਂ ਸਗੋਂ ਚੋਰ ਬਣਾ ਰਹੇ ਹੋ। ਕਿਆ ਫਲ ਆਗੇ ਕਰੋਗੇ, ਤੇ ਅੱਗੇ ਮੇਰੀ ਕੀਤੀ ਸੇਵਾ ਦਾ ਕੀ ਫਲ ਕਰੋਗੇ। ਮੈਂ ਜੀਅਤ ਬਚਾਏ, ਮੈਂ ਤੁਹਾਨੂੰ ਜਿੰਦਿਆਂ ਨੂੰ ਇਉਂ ਬਚਾਉਣਾ ਕੀਤਾ, ਜੀਵਤ ਰੱਖਣਾ ਕੀਤਾ ਏ। ਅਬ ਮੁਝ ਕੋ ਇਤਬਾਰ ਨਹਿ, ਹੁਣ ਕਹਿੰਦਾ ਮੈਨੂੰ ਤੁਹਾਡਾ ਇਤਬਾਰ ਨਹੀਂ ਰਿਹਾ, ਕਿਉਂਕਿ ਇਹਨੂੰ ਪਤਾ ਮੋਹਰਾਂ ਤੇ ਸਾਰੀਆਂ ਮੈਂ ਚੱਕ ਲੀਆਂ, ਹੋਰ ਹੁਣ ਕੀ ਹੈ। ਤੇ ਇਹ ਸੋਚਦਾ ਹੈ ਕਿ ਇਹਨਾਂ ਨੂੰ ਹੁਣ ਪਕੜਾ ਕੇ ਜਿਹੜਾ ਇਨਾਮ ਮਿਲਦਾ ਨਾ ਉਹ ਵੀ ਲਵਾਂ। ਇਹੋ ਜਿਹਾ ਨੀਚ ਹੈ, ਇਉਂ ਕਹਿੰਦਾ ਏ। ਨਿਕਸੋ ਉਤਲਾਏ, ਕਹਿਣ ਲੱਗਾ ਛੇਤੀ ਨਿਕਲੋ, ਹੁਣ ਤੁਸੀਂ ਮੇਰੇ ਘਰੋਂ ਚਲੇ ਜਾਓ। ਸੁਨਹਿ ਜੇ ਨਰ ਗੁਰਮਾਤ ਹੈ, ਜੇ ਸੁਣਨਗੇ ਇਹ ਮੁਗਲ ਸਿਪਾਹੀ ਜਾਂ ਪਿੰਡ ਦੇ ਲੋਕ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਨੇ, ਇਨ ਘਰ ਮਹਿ ਰਾਖੇ, ਇਸ ਨੇ ਆਪਣੇ ਘਰ ਵਿੱਚ ਰੱਖੇ ਹੋਏ ਆ, ਤਬੈ ਤੁਰਕ ਦੇ ਕੈਦ ਕਰ, ਤਦੋਂ ਤੁਰਕ ਮੈਨੂੰ ਪਕੜ ਕੇ ਕੈਦ ਪਾ ਦੇਣਗੇ। ਗੁਰ ਪਰ ਬਹੁ ਮਾਖੇ, ਕਿਉਂਕਿ ਗੁਰੂ ਸਾਹਿਬ ਦੇ ਉੱਤੇ ਸਾਰੇ ਹੀ ਬੜੇ ਕ੍ਰੋਧ ਵਿੱਚ ਹਨ। ਤੁਮ ਨੰਦਨ ਮਾਰੇ ਘਨੇ, ਕਿਉਂਕਿ ਮਾਤਾ ਤੇਰੇ ਪੁੱਤਰ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹੁਤੇ ਮਾਰ ਦਿੱਤੇ ਐ। ਨਹਿ ਕਰੀ ਭਲਾਈ, ਇਹ ਭਲਾਈ ਚੰਗਾ ਨਹੀਂ ਕੀਤਾ। ਉਹ ਬ੍ਰਾਹਮਣ ਤੂੰ ਦੱਸਣਾ ਕਿ ਗੁਰੂ ਸਾਹਿਬ ਨੇ ਭਲਾ ਨਹੀਂ ਕੀਤਾ, ਚੰਗਾ ਨਹੀਂ ਕੀਤਾ। ਵੇਖੋ ਇਹ ਕਿੱਡੀ ਅਕਿਰਤ ਘਣ ਕੌਮ ਹੈ। ਭਾਵੇਂ ਕਿ ਸਾਰੀ ਕੌਮ ਨੂੰ ਤਾਂ ਆਪਾਂ ਜਿਹੜਾ ਉਹ ਦਾਗ ਨਹੀਂ ਲਾ ਸਕਦੇ, ਪਰ ਕੌਮ ਵਿੱਚ ਇਹੋ ਜਿਹੇ ਕਲੰਕਿਤ ਲੋਕ, ਤੇ ਫਿਰ ਉਹ ਕਹਿੰਦੇ ਸਾਡਾ ਅਜੇ ਵੀ ਭਰੋਸਾ ਕਰੋ। ਭਰੋਸਾ ਉਹਨਾਂ ਦਾ ਕਿਵੇਂ ਕਰ ਸਕਦੇ ਜਿਨ੍ਹਾਂ ਨੇ ਸ਼ੁਰੂ ਤੋਂ ਧੋਖੇਬਾਜ਼ੀ ਹੀ ਕਰਨੀ ਸਿੱਖੀ ਹੈ। ਇਸ ਪ੍ਰਕਾਰ ਇਹ ਜਿਹੜਾ ਗੰਗੂ ਬ੍ਰਾਹਮਣ ਹੈ ਇਹੋ ਜਿਹੇ ਕੌੜੇ ਵਾਕ ਕਹਿ ਰਿਹਾ ਏ। ਜੀਤਿਓ ਚਹਿ ਬਦਸ਼ਾਹ ਸੋ, ਕਹਿਣ ਲੱਗਾ ਪਾਤਸ਼ਾਹ ਨਰੰਗੇ ਨੂੰ ਜਿੱਤਣਾ ਚਾਹੁੰਦੇ ਹਨ। ਨਿਤ ਧੂਮ ਉਠਾਈ, ਨੇਤਾ ਪ੍ਰਤੀ ਬਹੁਤਾ ਜ਼ਿਆਦਾ ਲੜਾਈਆਂ ਝਗੜੇ ਹੀ ਉਠਾਏ ਐ। ਮੈਂ ਜੋ ਉਤਾਰੇ ਆਨ ਘਰ, ਕਹਿਣ ਲੱਗਾ ਮੈਂ ਜੋ ਤੁਹਾਨੂੰ ਆਪਣੇ ਘਰ ਵਿੱਚ ਆ ਕੇ ਉਤਾਰਾ ਦਿੱਤਾ ਏ, ਲਾਇਸ ਤੋ ਚੋਰੀ, ਤੇ ਮੈਨੂੰ ਤੋਹਮਤ ਲਾ ਦਿੱਤੀ ਹੈ ਚੋਰੀ ਦੀ। ਕਿਉ ਨਾ ਜਹੋ ਜਿਤ ਕੋ ਚਹੋ, ਤੇ ਕਿਉਂ ਨਹੀਂ ਫਿਰ ਹੁਣ ਤੁਸੀਂ ਜਿੱਧਰ ਚਾਹੁੰਦੇ ਉਧਰ ਹੀ ਚਲੇ ਜਾਓ। ਅਬ ਲਓ ਬਿਤ ਥੋਰੀ, ਤੇ ਅਜੇ ਤੱਕ ਤਾਂ ਥੋੜੀ ਹੀ ਬੀਤੀ ਹੈ। ਉੱਚੀ ਧੁਨ ਤੇ ਬੋਲ ਭਾ, ਉੱਚੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਬੋਲਦਾ ਹੈ ਪਾਪੀ ਗੰਗੂ। ਬਹੁ ਨਰਨ ਸੁਣਾਵੇ, ਬਹੁਤੇ ਲੋਕਾਂ ਨੂੰ ਜਾਣ ਬੁੱਝ ਕੇ ਸੁਣਾਉਂਦਾ, ਪਤਾ ਲੱਗ ਜਾਵੇ। ਪੌਤਰ ਸੰਗ ਲੈ ਮਾਤ ਗੁਰ, ਤੇ ਮਾਤਾ ਗੁਰੂ ਜੀ ਦੇ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਨੂੰ ਨਾਲ ਲੈ ਕਰਕੇ ਕਿਤ ਡਰਤ ਪਲਾਵੇ, ਤੇ ਇਉਂ ਸੋਚਦਾ ਹੁਣ ਡਰਦੇ ਹੋਏ ਕਿੱਧਰੇ ਚਲੇ ਜਾਣਗੇ। ਤੂੰ ਕੂਰ ਨਹਿ ਰਹਿ ਸਕਿਓ, ਤਾਂ ਵੀ ਇਹੋ ਜਿਹਾ ਕੂੜ ਝੂਠਾ ਪਾਪੀ ਰਹਿ ਨਹੀਂ ਸਕਿਆ ਇੱਥੋਂ ਤੱਕ। ਚਹਿ ਦਿਓ ਗਹਾਈ, ਤੇ ਸੋਚਦਾ ਹੈ ਕਿ ਇਹਨਾਂ ਨੂੰ ਜਾਣ ਕਾਹਨੂੰ ਦੇਣਾ, ਪਕੜਾ ਦਿੰਨੇ ਹਾਂ। ਸਭ ਦੀਨਾਰਨ ਕੋ ਰਖਾਓ, ਤੇ ਸਾਰੇ ਨਾਲੇ ਮੋਹਰਾਂ ਵੀ ਸਾਂਭ ਲਵਾਂਗਾ, ਕੋ ਨਹਿ ਨਾ ਲਖਾਈ, ਤੇ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ। ਉੱਚੇ ਬੋਲਤ ਗ੍ਰਾਮ ਮਹਿ, ਉੱਚੀ ਬੋਲਦਾ ਹੋਇਆ ਨਗਰ ਦੇ ਵਿੱਚ ਗਮਨਿਓ ਸਹਸਾਈ, ਬੜੀ ਛੇਤੀ ਨਾਲ ਕੋਤਵਾਲੀ ਵੱਲ ਨੂੰ ਚੱਲ ਪਿਆ। ਜਹਾਂ ਚੌਧਰੀ ਕੋ ਸਦਨ, ਜਿੱਥੇ ਚੌਧਰੀ ਦਾ ਘਰ ਵੈ ਉਥੇ ਨਗਰ ਦੇ ਚੌਧਰੀ ਦਾ, ਤਹ ਜਾਏ ਜਨਾਈ, ਉਥੇ ਜਾ ਕੇ ਸਾਰੀ ਗੱਲ ਇਸ ਪਾਪੀ ਨੇ ਦੱਸ ਦਿੱਤੀ। ਤਿਸ ਕੋ ਲੈ ਕਰ ਸੰਗ ਮਹਿ, ਤੇ ਉਹਨੂੰ ਨਾਲ ਲੈ ਕਰਕੇ ਆਪਣੇ ਗਿਣਤੀ ਇਮਕੀਨੀ, ਇਉਂ ਵਿਚਾਰ ਇਹਨਾਂ ਨੇ ਤੇ ਸਮੇਂ ਕਰਨਾ ਕੀਤੀ। ਚਲੋ ਬਤਾਵੇ ਮੋਰਡੇ, ਕਿ ਮੁਰਿੰਡੇ ਦੇ ਜਿਹੜਾ ਕੋਤਵਾਲ ਹੈ ਨਾ ਉਹਨੂੰ ਚਲੋ ਜਾ ਕਰਕੇ ਦੱਸਣਾ ਕਰੀਏ। ਸਭ ਭੇਵ ਜੋ ਚੀਨੀ, ਜਿਹੜਾ ਸਾਰਾ ਭੇਦ ਹੈ ਉਹ ਦੱਸ ਦਈਏ। ਲੈ ਇਨਾਮ ਧਨ ਤੁਰਕ ਤੇ ਤੁਰਕ ਜਿਹੜਾ ਕੋਤਵਾਲ ਹੈ ਉਹਦੇ ਕੋਲੋਂ ਬਹੁਤਾ ਇਨਾਮ ਵਜੋਂ ਫਿਰ ਧਨ ਜਿਹੜਾ ਉਹ ਪ੍ਰਾਪਤ ਹੋਵੇਗਾ। ਦੇ ਬਹੁ ਵਡਿਆਈ, ਬਹੁਤੀ ਵਡਿਆਈ ਦੇਵੇਗਾ। ਵੇਖ ਲੋ ਦਿੱਤੀ ਹੋਈ ਵਡਿਆਈ ਦੇ ਝੰਡੇ ਝੁੱਲ ਗਏ ਨਾ। ਇਹਦੇ ਏਡਾ ਪਾਪੀ ਹੈ। ਮਨੁੱਖ ਮਾਇਆ ਦੇ ਸੁੱਖ ਨੂੰ ਹੀ ਜਿਉਂਦਿਆਂ ਸੋਚਦਾ ਰਹਿੰਦਾ ਹੈ ਕਿ ਮਾਇਆ ਮੈਨੂੰ ਸੁੱਖ ਦੇਵੇਗੀ, ਪਰ ਗੰਗੂ ਬ੍ਰਾਹਮਣ ਦੇ ਮੱਥੇ ਤੇ ਕਿੱਡਾ ਵੱਡਾ ਕਲੰਕ ਲੱਗਿਆ। ਸਦੀਆਂ ਲਈ ਕਲੰਕ ਖੱਟ ਲਿਆ ਉਸਨੇ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਮੁਖਬਰੀ ਕੀਤੀ। ਜਿਹੜਾ ਧਨ ਉਸ ਨੂੰ
ਉਹਨੇ ਰੱਖਿਆ ਸੀ ਨਾ, ਉਹ ਧਨ ਉਹਨੇ ਕਦੋਂ ਪ੍ਰਾਪਤ ਕਰਕੇ ਉਹਦਾ ਸੁੱਖ ਪਾਉਣਾ ਸੀਗਾ। ਪਾਗਲ ਹੋ ਕਰਕੇ ਬਹੁਤ ਬੁਰੀ ਹਾਲਤ ਨਾਲ ਮੌਤ ਨੂੰ ਤਰਸਦਾ ਸੀ, ਤਾਂ ਵੀ ਇਹਨੂੰ ਮੌਤ ਨਹੀਂ ਸੀ ਆਉਂਦੀ। ਇਹੋ ਜੀ ਬੁਰੀ ਹਾਲਤ ਨਾਲ, ਕਿਉਂਕਿ ਮਨੁੱਖ ਦੇ ਕੀਤੇ ਹੋਏ ਆਪਣੇ ਕਰਮ ਹੀ ਉਸ ਨੂੰ ਜਿਹੜੇ ਆ ਇੰਨਾ ਫਿਰ ਤੰਗ ਕਰਦੇ, ਇੰਨਾ ਦੁੱਖ ਦਿੰਦੇ ਆ, ਬੁਰੀ ਹਾਲਤ ਹੋ ਜਾਂਦੀ ਹੈ। ਪਾਪੀ ਨੇ ਇਹੋ ਜਿਹਾ ਕੁਕਰਮ ਕਰਨਾ ਕੀਤਾ। ਲੈ ਇਨਾਮ ਧਨ ਤੁਰਕ ਤੇ, ਕਹਿੰਦੇ ਲਵਾਂਗੇ ਇਨਾਮ ਧਨ ਦੇ ਵਜੋਂ ਤੁਰਕਾਂ ਦੇ ਕੋਲੋਂ। ਦੇ ਬਹੁ ਵਡਿਆਈ, ਦੇਣਗੇ ਸਾਨੂੰ ਬਹੁਤ ਵਡਿਆਈ, ਬੜਾ ਸਤਿਕਾਰ ਦੇਣਗੇ। ਗੁਰ ਅਰ ਕੀ ਮਾਤਾ ਤਨੁਜ, ਕਿਉਂਕਿ ਗੁਰੂ ਜੀ ਉਹਨਾਂ ਦੇ ਦੁਸ਼ਮਣ ਹੈ। ਗੁਰੂ ਸਾਹਿਬ ਜੀ ਦੀ ਮਾਤਾ ਤੇ ਗੁਰੂ ਜੀ ਦੇ ਜੋ ਪੁੱਤਰ ਹਨ, ਕਹਿ ਕਹਿ ਹਰਖਾਈ, ਤੇ ਫੜ ਕਰਕੇ ਬਹੁਤ ਖੁਸ਼ ਹੋਣਗੇ ਕੋਤਵਾਲ। ਇਮ ਸਲਾਹ ਦੋਨੋਂ ਕਰੀ, ਇਵੇਂ ਦੋਵਾਂ ਨੇ ਸਲਾਹ ਜਿਹੜੀ ਸੀ ਕਰ ਲੈਣਾ ਕੀਤੀ। ਤੂਰਨ ਤਬ ਧਾਹੇ, ਬੜੀ ਛੇਤੀ ਨਾਲ ਹੀ ਚੱਲ ਕਰਕੇ ਤੇ ਸਮੇਂ ਗਏ ਆ। ਤਹ ਸੈਨਾ ਕੁਛ ਤੁਰਕ ਕੀ, ਉਥੇ ਸੈਨਾ ਕੁਝ ਤੁਰਕਾਂ ਦੀ ਖੋਜਨ ਹਿਤ ਆਏ। ਇਉਂ ਖੋਜਣ ਲੱਭਣ ਵਾਸਤੇ ਜਿਹੜੇ ਆਏ ਸਨ। ਗ੍ਰਾਮ ਮੋਰਡੇ ਪਹੁੰਚ ਕੇ, ਮਰਿੰਡੇ ਨਗਰ ਦੇ ਅੰਦਰ ਪਹੁੰਚ ਕਰਕੇ ਦੋਨੋਂ ਅਗਵੰਤੇ, ਦੋਵੇਂ ਜਿਹੜੇ ਪਾਪੀ ਹਨ, ਇਹ ਚੌਧਰੀ ਇਥੋਂ ਦਾ ਤੇ ਇਹ ਗੰਗੂ ਬ੍ਰਾਹਮਣ, ਸੈਨਪਤੀ ਕੇ ਨਿਕਟ ਗਏ, ਤੇ ਉਥੋਂ ਦੇ ਸੈਨਾਪਤੀ ਜਿਹੜਾ ਕੋਤਵਾਲ ਹੈ ਉਹਦੇ ਕੋਲ ਚਲੇ ਗਏ ਆ, ਹਿਤ ਕਹਿਨ ਬਰਤੰਤੇ, ਤੇ ਕਹਿਣ ਵਾਸਤੇ ਸਾਰਾ ਬਰਤਾਂਤ। ਸੁਨਹੁ ਮੀਆਂ ਜੀ ਬਖਸ਼ੀਏ ਕੁਛ ਹਮੈਂ, ਇਹ ਕਹਿਣ ਲੱਗੇ ਮੀਆਂ ਜੀ ਸਾਨੂੰ ਕੁਝ ਇਨਾਮ ਬਖਸ਼ਣਾ ਕਰੋ, ਅਸੀਂ ਤੁਹਾਨੂੰ ਬਹੁਤ ਜਿਹੜੀ ਹੈ ਵੱਡੀ ਖਬਰ ਸੁਣਾਉਣ ਲੱਗੇ ਆ। ਬਖਸ਼ੀਏ ਕੁਛ ਹਮੈਂ ਇਨਾਮਾ, ਸਾਨੂੰ ਕੁਝ ਇਨਾਮ ਬਖਸ਼ੋ, ਇਨਾਮ ਦਿਓ, ਅਸੀਂ ਜੋ ਤੁਹਾਨੂੰ ਦੱਸਣ ਲੱਗੇ ਆ। ਗੁਰ ਕੀ ਮਾਤਾ ਪੁੱਤਰ ਦਵੈ, ਗੁਰੂ ਸਾਹਿਬ ਜੀ ਦੀ ਮਾਤਾ ਤੇ ਦੋਵੇਂ ਗੁਰੂ ਸਾਹਿਬ ਦੇ ਛੋਟੇ ਪੁੱਤਰ ਲਿਆਏ ਨਿਜ ਧਾਮਾ, ਮੈਂ ਮੈਂ ਆਪਣੇ ਘਰ ਵਿੱਚ ਲਿਆ ਕੇ ਠਹਿਰਾਏ ਹੋਏ ਐ। ਵੇਖੋ ਪਾਪੀ ਨੇ ਆਪਣੇ ਘਰ ਵਿੱਚ ਠਹਿਰਾ ਕਰਕੇ ਇਹੋ ਜਿਹਾ ਕੁਕਰਮ ਕੀਤਾ ਏ। ਚਲੋ ਆਪ ਗਹਿ ਲੀਜੀਏ, ਤੇ ਚਲੋ ਆਪ ਫੌਜ ਨਾਲ ਲੈ ਕਰਕੇ ਤੇ ਪਕੜ ਲੈਣਾ ਕਰੋ, ਗ੍ਰਿਫਤਾਰ ਕਰ ਲੈਣਾ ਕਰੋ, ਨਹਿ ਦੇਰ ਕਰੀਜੈ। ਦੇਰੀ ਨਾ ਹੁਣ ਕਰਨਾ ਕਰੋ। ਹਜ਼ਰਤ ਢਿਗਲੇ ਪਹੁੰਚੀਏ, ਤੇ ਹਜ਼ਰਤ ਬਾਦਸ਼ਾਹ ਨਰੰਗੇ ਦੇ ਕੋਲ ਲੈ ਕਰਕੇ ਪਹੁੰਚਣਾ ਕਰੋ, ਤਿਹ ਬਖਸ਼ਿਸ਼ ਲੀਜੈ। ਤੇ ਉਥੋਂ ਤੁਸੀਂ ਵੱਡੀ ਭਾਰੀ ਬਖਸ਼ਿਸ਼ ਲੈਣਾ ਕਰਿਓ। ਸੁਨਤ ਚਮੂ ਹੈ ਜੀਨ ਧਰ, ਤੇ ਇਸ ਸਮੇਂ ਸੁਣਦਿਆਂ ਸਾਰੀ ਮੁਰਿੰਡੇ ਦੇ ਹਾਕਮ ਨੇ ਕਿਹਾ ਕਿ ਘੋੜਿਆਂ ਤੇ ਕਾਠੀਆਂ ਪਾ ਦਿਓ। ਗਮਨੇ ਉਤਲਾਏ, ਬੜੀ ਕਾਹਲੀ ਨਾਲ ਹੀ ਫੌਜ ਦੀ ਵੱਡੀ ਟੁਕੜੀ ਚੱਲ ਪਈ। ਪੋਈਏ ਪਾਇਲ ਪਾਵਤੇ, ਤੇ ਪੋਈਏ ਤੇ ਪਾਇਲ ਇਹ ਚਾਲਾਂ ਦੇ ਨਾਮ ਹੈ। ਤੇਜ਼ ਚਾਲਾਂ ਹੁੰਦੀਆਂ ਘੋੜੇ ਦੀਆਂ, ਇਹਨਾਂ ਚਾਲਾਂ ਵਿੱਚ ਘੋੜਿਆਂ ਨੂੰ ਪਾਉਂਦੇ ਐ। ਤੂਰਨ ਚੱਲ ਆਏ, ਬੜੀ ਛੇਤੀ ਹੀ ਮੁਰਿੰਡੇ ਤੋਂ ਚੱਲ ਕਰਕੇ ਖੇੜੀ ਆ ਗਏ ਐ। ਸੁਨਹੁ ਗੁਰੂ ਜੀ ਮਾਤ ਜੁਤ, ਤੇ ਮਾਹੀ ਕਹਿੰਦਾ ਹੈ, ਹੇ ਸੱਚੇ ਪਾਤਸ਼ਾਹ ਸੁਣੋ, ਮਾਤਾ ਜੀ ਦੇ ਸਹਿਤ ਦੋ ਸਾਹਿਬਜ਼ਾਦੇ, ਦੋਵੇਂ ਆਪ ਜੀ ਦੇ ਛੋਟੇ ਸਾਹਿਬਜ਼ਾਦੇ। ਸਿਯੰਦਨ ਲਏ ਚੜਾਏ ਤਬ, ਤਦੋਂ ਇਹਨਾਂ ਨੇ ਮਹਾਰਾਜ ਜਿਹੜਾ ਸਿਯੰਦਨ ਰਥ ਸੀ ਉਹਦੇ ਵਿੱਚ ਚੜਾ ਲੈਣਾ ਕੀਤੇ। ਮੂਰਖ ਕਰ ਬਾਦੇ, ਮੂਰਖਾਂ ਨੇ ਇਉਂ ਦੋਸ਼ ਦਿਖਾ ਕਰਕੇ ਕਿ ਗੁਰੂ ਸਾਹਿਬ ਜੀ ਦੇ ਮਾਤਾ ਜੀ ਹੈ, ਬੱਚੇ ਹੈ, ਇਸ ਕਰਕੇ ਹਕੂਮਤ ਇਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਇਉਂ ਮਹਾਰਾਜ ਪਕੜ ਲੈਣਾ ਕੀਤਾ। ਔਰ ਸਿਰੰਦ ਕੋ ਲੈ ਗਏ, ਫਿਰ ਸਰਹੰਦ ਨੂੰ ਲਿਜਾਣ ਵਾਸਤੇ ਪਹਿਲੋਂ ਮਰਿੰਡੇ ਲੈ ਆਏ ਐ। ਮਗ ਉਲਗਿਓ ਸਾਰਾ ਰਸਤਾ ਜਿਹੜਾ ਇਹਨਾਂ ਨੇ ਲੰਘਿਆ ਹੈ, ਪਹਿਲਾਂ ਮਰਿੰਡੇ ਦੇ ਅੰਦਰ ਪਹੁੰਚੇ ਐ। ਇੱਕ ਰਾਤ ਜਿਹੜੀ ਕੋਤਵਾਲੀ ਦੇ ਅੰਦਰ ਮਾਤਾ ਜੀ ਨੇ ਬਤੀਤ ਕੀਤੀ ਹੈ ਨਾ, ਉਹ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਮਾਤਾ ਸਾਹਿਬ ਤੇ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਦੇ ਅੰਦਰ ਉਹ ਉਨੀ ਕੁ ਜੇਲ੍ਹ ਜਿਹੜੀ ਹੈ ਨਾ, ਉਵੇਂ ਹੀ ਪੁਰਾਤਨ ਸਾਂਭੀ ਹੋਈ ਹੈ, ਜਿੱਥੇ ਮਰਿੰਡੇ ਦੇ ਹਾਕਮ ਨੇ ਕੋਤਵਾਲੀ ਦੇ ਅੰਦਰ ਮਾਤਾ ਸਾਹਿਬ ਜੀ ਨੂੰ ਤੇ ਬੱਚਿਆਂ ਨੂੰ ਕੈਦ ਕਰ ਲਿਆ ਸੀਗਾ, ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ। ਉਹ ਗੁਰਦੁਆਰਾ ਸਾਹਿਬ ਸੰਗਤਾਂ ਦਰਸ਼ਨ ਕਰਦੀਆਂ ਹਨ, ਨਿੱਕੀ ਇੱਟ ਦਾ ਉਵੇਂ ਹੀ ਉਹ ਜੇਲ੍ਹ ਸੀਗੀ ਉੱਥੇ, ਜਿੱਥੇ ਇੱਕ ਰਾਤ ਜਿਹੜਾ ਸੀ ਉਹਨਾਂ ਨੂੰ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਰੱਖਣਾ ਕੀਤਾ। ਸੂਬਾ ਖਾਨ ਵਜੀਦ ਜਹੈਂ, ਜਿੱਥੇ ਸਰਹੰਦ ਦਾ ਸੂਬਾ ਵਜੀਦ ਖਾਨ, ਉਹਦੇ ਕੋਲ ਖਬਰ ਪਹੁੰਚਾ ਦਿੱਤੀ ਗਈ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ। ਉਤਰਿਓ ਦਲ ਭਾਰਾ, ਇਹ ਬਹੁਤ ਵੱਡੀ ਸੈਨਾ ਸਮੇਤ ਜਦੋਂ ਚਮਕੌਰ ਸਾਹਿਬ ਤੋਂ
ਨਮੋਸ਼ੀ ਦਾ ਸਹਿਤ, ਕਿਉਂਕਿ ਗੁਰੂ ਸਾਹਿਬ ਜੀ ਨੂੰ ਪਕੜਨਾ ਚਾਹੁੰਦੇ ਸੀਗੇ ਤੇ ਬਹੁਤ ਸਾਰੇ ਹੀ ਮਲੀਨ ਚਿੱਤ ਨਾਲ ਝੂਰੇ ਹੋਏ ਮਨ ਲੈ ਕਰਕੇ ਵਾਪਸ ਪਰਤੇ। ਮੈਂ ਸਰਹੰਦ ਦਾ ਸੂਬਾ ਵਜੀਦਾ ਵੀ ਵਾਪਸ ਪਰਤਿਆ ਤੇ ਜਦੋਂ ਇਹਨੂੰ ਖਬਰ ਲੱਗੀ ਹੈ ਤਿਹ ਕੋ ਕਹਿਓ ਨਵਾਬ ਜੀ, ਤੇ ਤਿਸ ਦੇ ਤਾਈਂ ਕਿਹਾ ਕਰਕੇ ਜਦੋਂ ਨਵਾਬ ਨੂੰ, ਇਹਨੂੰ ਸਰਹੰਦ ਦੇ ਸੂਬੇਦਾਰ ਨੂੰ, ਹਮ ਗਹਿ ਕਰ ਲਿਆਏ, ਕਿ ਅਸੀਂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਪਕੜ ਲਿਆ ਹੈ। ਇਹਨੇ ਹੁਕਮ ਦਿੱਤਾ ਕਿ ਜਿੰਨੀ ਜਲਦੀ ਹੁੰਦਾ ਸਰਹੰਦ ਲੈ ਕਰਕੇ ਆਓ। ਤੇ ਇਹਨੂੰ ਫਿਰ ਆ ਕਰਕੇ ਜਦੋਂ ਸਰਹੰਦ ਲੈ ਆਏ ਤੇ ਖਬਰ ਦਿੱਤੀ ਹੈ ਕਿ ਅਸੀਂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਪਕੜ ਲਿਆ ਏ। ਹਾਂ, ਗੁਰੂ ਗੋਬਿੰਦ ਸਿੰਘ ਮਾਤ ਹਵੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਜੀ ਹਨ। ਦਵੈ ਪੁੱਤਰ ਸੁਹਾਏ, ਦੋ ਉਹਨਾਂ ਦੇ ਪੁੱਤਰ ਸੋਭ ਰਹੇ ਐ। ਨਿਸਾ ਵਿਖੇ ਆਏ ਚੱਲੇ, ਤੇ ਇਉਂ ਰਾਤ ਬਤੀਤ ਹੋਣ ਤੋਂ ਫਿਰ ਚੱਲ ਕਰਕੇ ਜਦੋਂ ਆਏ ਤੇ ਉਸ ਦਿਨ ਦੀ ਸ਼ਾਮ ਦਾ ਵਕਤ ਸੀਗਾ। ਜਦੋਂ ਮਰਿੰਡੇ ਵੱਲੋਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰੀਏ ਨਾ ਤੇ ਬਾਰ-ਬਾਰ ਉਹ ਪਿੱਪਲ ਦਾ ਰੁੱਖ ਵੈ, ਉੱਥੇ ਸਾਹਿਬਜ਼ਾਦਿਆਂ ਦਾ ਜਿਹੜਾ ਉਹ ਬੈਲ ਗੱਡੀ ਜਿਹਦੇ ਵਿੱਚ ਚੜਾਇਆ ਹੋਇਆ ਸੀਗਾ, ਉਹ ਉੱਥੇ ਆ ਕਰਕੇ ਰੁਕਿਆ। ਤੇ ਇਉਂ ਫਿਰ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਅੰਦਰ ਜਿਹੜੀ ਸੀ ਖਬਰ ਦੇਣਾ ਕੀਤੀ। ਤੇ ਇਤਿਹਾਸਕਾਰਾਂ ਜ਼ਿਕਰ ਕੀਤਾ ਹੈ ਕਿ ਜਦੋਂ ਮਰਿੰਡੇ ਤੋਂ ਮਾਤਾ ਸਾਹਿਬ ਜੀ ਨੂੰ ਰਾਤ ਜਿਹੜਾ ਸੀ ਸਾਹਿਬਜ਼ਾਦਿਆਂ ਨੂੰ ਉੱਥੇ ਗ੍ਰਿਫਤਾਰ ਕਰਕੇ ਕੈਦ ਕਰ ਲਿਆ ਸੀਗਾ ਤੇ ਇਹ ਖਬਰ ਅੱਗ ਵਾਂਗ ਸਾਰੇ ਥਾਵਾਂ ਤੇ ਫੈਲ ਗਈ ਸੀ। ਤੇ ਪਤਾ ਚੱਲ ਗਿਆ ਸੀ ਸਭ ਨੂੰ ਕਿ ਸਰਹੰਦ ਦੇ ਅੰਦਰ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਲਿਜਾਇਆ ਜਾ ਰਿਹਾ ਹੈ। ਨਗਰਾਂ ਦੇ ਲੋਕ ਬਾਹਰ ਨਿਕਲ ਕਰਕੇ ਆ ਕੇ ਵੇਖਦੇ ਸੀਗੇ। ਚਾਰ ਚੁਫੇਰੇ ਖਲੋਤੇ ਹੋਏ ਨਗਰਾਂ ਦੇ ਲੋਕ ਮਾਤਾ ਜੀ ਨੂੰ ਨਮਸਕਾਰਾਂ ਕਰਦੇ ਆ, ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਨਮਸਕਾਰਾਂ ਕਰਦੇ ਐ। ਤੇ ਜਦੋਂ ਇੱਥੇ ਆ ਕਰਕੇ ਉਤਰੇ ਹਨ ਬਾਹਰਵਾਰ, ਖਬਰ ਅੰਦਰ ਵਜੀਦੇ ਨੂੰ ਦਿੱਤੀ ਹੈ। ਪਹੁੰਚੇ ਹੋਏ ਪ੍ਰਾਤੀ, ਕਹਿਣ ਲੱਗਾ ਜਦੋਂ ਪਹੁੰਚੇ ਹਨ ਭਾਵ ਸਵੇਰ ਦੇ ਉੱਥੋਂ ਰਾਤ ਰੁਕੇ ਆ ਤੇ ਅਗਲੇ ਦਿਨ ਸਵੇਰੇ ਤੁਰ ਕੇ ਸ਼ਾਮ ਨੂੰ ਪਹੁੰਚੇ ਹਨ। ਕਹਿਓ ਨਵਾਬ ਉਤਾਰੀ, ਕਹਿਓ ਨਵਾਬ ਉਤਾਰੀਏ, ਨਵਾਬ ਜਿਹੜਾ ਸੀ ਇਹ ਸੂਬੇਦਾਰ ਵਜੀਦਾ ਕਹਿਣ ਲੱਗਾ ਇਹਨਾਂ ਨੂੰ ਉਤਾਰਨਾ ਕਰੋ। ਜਹ ਬੁਰਜ ਇਕਾਤੀ, ਜਿੱਦੇ ਇਕੱਲਾ ਬੁਰਜ ਆ ਨਾ, ਜਿਹਨੂੰ ਠੰਡਾ ਬੁਰਜ ਕਹਿੰਦੇ ਆ, ਕਹਿੰਦਾ ਉਹਦੇ ਵਿੱਚ ਇਹਨਾਂ ਨੂੰ ਰਾਤ ਠਹਿਰਾਉਣਾ ਕਰੋ। ਰਹਿ ਸਿਪਾਹੀ ਖਰੇ ਤਹਿ, ਤੇ ਤਕੜਾਈ ਕਰਦੇ ਹੋ, ਚਾਰ ਸਵੇਰੇ ਪਹਿਰਾ ਸਖਤੀ ਦੇ ਨਾਲ ਸਿਪਾਹੀ ਦੇਣ। ਰੱਖੋ ਤਕਰਾਈ, ਹਰ ਤਰੀਕੇ ਨਾਲ ਤਕੜਾਈ ਰੱਖੋ। ਖਾਣ ਨੂੰ ਭੋਜਨ ਨਹੀਂ ਦੇਣਾ, ਪੀਣ ਨੂੰ ਪਾਣੀ ਨਹੀਂ ਦੇਣਾ ਤੇ ਕੋਈ ਵਸਤਰ ਆਦਿਕ ਜਿਹੜਾ ਹੈ ਗਰਮ ਓਢਣ ਨੂੰ ਨਹੀਂ ਦੇਣਾ ਹੈ। ਪੁਰ ਨਰ ਸੁਨ ਸੁਨ ਦੌਰ ਕਰ, ਨਗਰ ਦੇ ਜਿਹੜੇ ਲੋਕ ਸੀ ਨਾ, ਸੁਣ ਕੇ ਜਦੋਂ ਮਾਤਾ ਜੀ ਦੀ ਸਵਾਰੀ ਆਈ ਉੱਥੇ ਦੌੜ ਕੇ ਲੋਕ ਸਾਰੇ ਇਕੱਠੇ ਹੋਏ ਵੇਖਣ ਵਾਸਤੇ। ਆਵਤ ਸਮੁਦਾਈ, ਬਹੁਤ ਸਾਰੇ ਲੋਕ ਆਉਂਦੇ ਆ ਦੌੜ ਕੇ ਵੇਖਣ ਨੂੰ। ਦੇਖੇ ਬੂਝੇ ਵਿਪਰ ਕੋ, ਤੇ ਇਉਂ ਫਿਰ ਪੜੋ, ਦੇਖੇ ਬੂਝੇ ਵਿਪਰ ਕੋ, ਤੇ ਦੇਖਦੇ ਆ, ਪੁੱਛਦੇ ਆ ਕਿ ਕਿਹੜਾ ਇਹੋ ਜਿਹਾ ਬ੍ਰਾਹਮਣ ਹੈ ਜਿਹਨੇ ਇਹੋ ਜਿਹਾ ਪਾਪ ਕੀਤਾ ਏ। ਸਭ ਕਾਰ ਨਿਕਾਰੈ, ਤੇ ਸੁਣ ਕੇ ਸਾਰੇ ਗੰਗੂ ਪਾਪੀ ਨੂੰ ਗਾਲਾਂ ਕੱਢਦੇ ਆ। ਤ੍ਰਿਗ ਧਰੋਹੀ ਕ੍ਰਿਤ ਕਨੀ, ਇਹ ਐਸਾ ਅਕਿਰਤ ਘਣ ਤ੍ਰਿਗ ਹੈ। ਇਸ ਨੂੰ ਕਹਿੰਦੇ ਆ ਜਿਹੜਾ ਹੈ 100 ਵਾਰੀ ਫਿੜੇ ਮੂੰਹ ਕਹੀਏ ਤੇ ਇੱਕ ਲਾਹਨਤ ਬਣਦੀ ਹੈ, 100 ਵਾਰੀ ਲਾਹਨਤ ਕਹੀਏ ਤੇ ਇੱਕ ਤ੍ਰਿਗ ਬਣਦੀ ਹੈ। ਇਹਨੂੰ ਤ੍ਰਿਗ ਹੀ ਕਹਿੰਦੇ ਆ ਸਾਰੇ, ਕਿ ਇਹੋ ਜਿਹਾ ਨੀਚ, ਇਹੋ ਜਿਹਾ ਪਾਪੀ। ਇਉਂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਪਹਿਲੋਂ ਲੂਣ ਖਾਂਦਾ ਰਿਹਾ ਤੇ ਇਹੋ ਜਿਹਾ ਨਿਮਕ ਹਰਾਮੀ ਹੋਇਆ ਕਿ ਗੁਰੂ ਸਾਹਿਬ ਦੇ ਮਾਤਾ ਜੀ ਨੂੰ ਹੀ ਪਕੜਾ ਦਿੱਤਾ। ਜੜ ਕਿਆ ਲਹਿਓ ਪੁਕਾਰੈ, ਇਹੋ ਜਿਹਾ ਜੜ ਮੂਰਖ ਜਿਹੜਾ ਹੈ ਉਹ ਕੀ ਲਏਗਾ, ਕਿਹੋ ਜਿਹਾ ਉਹਦਾ ਹਾਲ ਹੋਵੇਗਾ, ਪਾਪੀ ਨੇ ਨਹੀਂ ਸੋਚਿਆ। ਸ੍ਰੀ ਗੋਬਿੰਦ ਸਿੰਘ ਜਗਤ ਗੁਰ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ ਜਗਤ ਦੇ ਮਾਲਕ, ਦਾਤਾ ਸਭ ਸੁਆਮੀ, ਸਾਰੀਆਂ ਦਾਤਾਂ ਦੇਣ ਦੇ ਮਾਲਕ ਸਤਿਗੁਰੂ ਜੀ। ਤਿਨ ਕੇ ਸੁਤ ਗਹਿਵਾਏ ਕਰ, ਤਿੰਨਾਂ ਸਤਿਗੁਰਾਂ ਜੀ ਦੇ ਪੁੱਤਰਾਂ ਨੂੰ ਪਕੜਾ ਕਰਕੇ ਭਾ ਲੂਣ ਹਰਾਮੀ, ਇਹਨੇ ਲੂਣ ਹਰਾਮੀਆਂ ਵਾਲਾ ਕਰਮ ਕੀਤਾ ਏ। ਲੱਖ ਹੋ ਜਿਉ ਉਧਾਰ
ਉਧਾਰ ਕੈ। ਸੱਚੇ ਪਾਤਸ਼ਾਹ ਨੇ ਤਾਂ ਲੱਖਾਂ ਜੀਆਂ ਦਾ ਉਧਾਰ ਕੀਤਾ ਏ। ਹਿੰਦੁਨ ਕੀ ਰਾਖੀ। ਮਹਾਰਾਜ ਨੇ ਹਿੰਦੂ ਧਰਮ ਦੀ ਜਿਹੜੀ ਹੈ ਨਾ ਉਹ ਨਿਸ਼ਾਨੀ ਹਿੰਦੂ ਧਰਮ ਦਾ ਬੀਜ ਰੱਖਣਾ ਕੀਤਾ। ਦੀਨੋ ਸਿਰ ਜਿਨ ਕੇ ਪਿਤਾ। ਜਿਨ੍ਹਾਂ ਦੇ ਪਿਤਾ ਸਤਿਗੁਰਾਂ ਜੀ ਨੇ ਸੀਸ ਦਿੱਤਾ ਤਿਲਕ ਤੇ ਜੰਜੂ ਦੀ ਖਾਤਰ। ਹਰ ਜੜ ਹਰ ਕਾਖੀ। ਤੇ ਦੁਸ਼ਮਣ ਦੀ ਜੜ ਨੂੰ ਨਾਸ਼ ਕਰਨਾ ਕੀਤਾ। ਚਰਨ ਕਮਲ ਸੁਰ ਅਸੁਰ ਗਨ। ਉਹਨਾਂ ਦੇ ਤਾਂ ਚਰਨਾ ਕਮਲਾਂ ਨੂੰ ਗੁਪਤ ਪ੍ਰਗਟ ਦੇਵੀ ਦੇਵਤੇ ਦੈਂਤ ਸਭ ਨਮਸਕਾਰਾਂ ਕਰਦੇ ਐ। ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਤਿਲਕ ਤੇ ਜੰਜੂ ਦੀ ਖਾਤਰ ਸੱਚੇ ਪਾਤਸ਼ਾਹ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੋਵੇ। ਤੇ ਸਤਿਗੁਰਾਂ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰਿਆਂ ਨੂੰ ਵੇਖ ਲਓ ਇਸ ਕੌਮ ਦੇ ਅੰਦਰ। ਉਹ ਬ੍ਰਾਹਮਣ ਗੰਗੂ ਜੀ ਨੇ ਇਹ ਵੀ ਨਹੀਂ ਸੋਚਿਆ ਕਿ ਮਹਾਰਾਜ ਨੇ ਤਾਂ ਸਾਡੇ ਕੌਮ ਨੂੰ ਬਚਾਉਣਾ ਕੀਤਾ ਹੈ, ਸਾਡੇ ਧਰਮ ਨੂੰ ਬਚਾਉਣਾ ਕੀਤਾ ਹੈ। ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਸ਼ਿਵ ਦੁਆਲੇ ਨਹੀਂ ਸੀ ਰਹਿਣੇ, ਤਿਲਕ ਨਹੀਂ ਸੀ ਕਿਸੇ ਲਾ ਸਕਣਾ, ਜੰਜੂ ਨਹੀਂ ਸੀ ਪਹਿਨ ਸਕਣਾ। ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਦੇ ਧਰਮ ਨੂੰ ਰੱਖਣਾ ਕੀਤਾ, ਬਚਾਉਣਾ ਕੀਤਾ। ਪਰ ਵੇਖੋ ਕਿਹੋ ਜਿਹਾ ਆਦਮ ਨੀਚ, ਕੋਈ ਮਨ ਦੇ ਅੰਦਰ ਵਿਚਾਰ ਤੱਕ ਨਹੀਂ ਕੀਤੀ। ਇਹ ਮਹਾਰਾਜ ਸਰਹੰਦ ਦੇ ਲੋਕ ਗੱਲਾਂ ਕਰਦੇ ਸੀ, ਨੂਰਾ ਮਾਹੀ ਸੁਣਾਉਂਦਾ ਏ। ਚਰਨ ਕਮਲ ਸੁਰ ਅਸੁਰ ਗਨ। ਬਹੁਤੇ ਸੁਰ ਤੇ ਅਸੁਰ ਦੈਂਤ ਜਿਨ੍ਹਾਂ ਦੇ ਚਰਨਾਂ ਕਮਲਾਂ ਨੂੰ ਨਮਸਕਾਰਾਂ ਕਰਦੇ ਐ। ਪੂਜੇ ਜਿਨ ਕੇਰੇ। ਜਿਨ੍ਹਾਂ ਦੇ ਚਰਨਾਂ ਨੂੰ ਪੂਜਦੇ ਹਨ ਸਤਿਗੁਰੂ ਜੀ ਦੇ। ਰਿਖ ਜੋਗੀ ਔਰ ਧਿਆਨ ਧਰ। ਰਿਖੀ ਜੋਗੀ ਹਿਰਦੇ ਵਿੱਚ ਧਿਆਨ ਕਰਦੇ ਨੇ ਜਿਨ੍ਹਾਂ ਸਤਿਗੁਰਾਂ ਜੀ ਦਾ। ਗਤ ਲਹਿਤ ਅਛੇਰੇ। ਤੇ ਮੁਕਤੀ ਦੀ ਜਿਹੜੀ ਗਤ ਹਾਲਤ ਹੈ ਨਾ, ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰਦੇ ਐ। ਤਿਨਕੇ ਸੰਗ ਅਧਰਮ ਕਰ। ਐਸੇ ਸਤਿਗੁਰਾਂ ਜੀ ਦੇ ਨਾਲ ਅਧਰਮ ਕਰਨਾ ਕੀਤਾ ਹੈ। ਇਹਨੇ ਇਹੋ ਜਿਹਾ ਨੀਚ ਕਰਮ ਕੀਤਾ ਏ। ਦੁਰ ਕਰਮ ਕਮਾਇਓ। ਬਹੁਤਾ ਹੀ ਜ਼ਿਆਦਾ ਖੋਟਾ ਕਰਮ ਜਿਹੜਾ ਹੈ ਇਸ ਪਾਪੀ ਨੇ ਕਮਾਇਆ ਏ। ਨਾਕ ਸਕੋਰਹਿ ਨਰਕ ਭੀ। ਤੇ ਇਉਂ ਕਹਿੰਦੇ ਆ ਲੋਕ ਕਿ ਜਦੋਂ ਇਹ ਪਾਪੀ ਮਰ ਕੇ ਨਰਕਾਂ 'ਚ ਪਵੇਗਾ ਨਾ ਤੇ ਇਸ ਪਾਪੀ ਵੱਲ ਨੂੰ ਵੇਖ ਕੇ ਨਰਕ ਵੀ ਆਪਣਾ ਨੱਕ ਮਰੋੜਨਗੇ ਕਿ ਏਡਾ ਪਾਪੀ ਕਿੱਥੋਂ ਆ ਗਿਆ ਨਰਕਾਂ ਨੂੰ ਖਰਾਬ ਕਰ ਦੇਵੇਗਾ। ਸਹਿ ਸਕਹਿਨ ਪਾਇਓ। ਤੇ ਉਹਨੂੰ ਨਰਕ ਵੀ ਸਹਾਰ ਨਹੀਂ ਸਕਣਗੇ ਇਸ ਨੂੰ, ਐਡਾ ਇਹਨੇ ਪਾਪ ਕਮਾਇਆ ਏ। ਕੁੰਭੀ ਨਰਕ ਪਪਾਤ ਹਵੈ। ਤੇ ਕੁੰਭੀ ਨਰਕ ਦੇ ਅੰਦਰ ਜਿਹੜਾ ਇਹ ਪੈਂਦਾ ਰਹੇਗਾ। ਤਹ ਜੀਵ ਤਪੈ ਹੈ। ਜਿਉਂਦਾ ਜੀ ਫਿਰ ਇਸ ਤਰ੍ਹਾਂ ਬਾਰ-ਬਾਰ ਨਰਕਾਂ ਵਿੱਚ ਜਾਵੇਗਾ। ਤੁਜ ਸਮ ਪਾਪੀ ਦੁੱਤਿਆ ਨਹਿ। ਕਹਿੰਦੇ ਆ ਲੋਕ ਕਿ ਤੇਰੇ ਵਰਗਾ ਗੰਗੂਆ ਪਾਪੀ ਨਹੀਂ ਕੋਈ ਦੂਸਰਾ। ਬੜ ਸੰਕਟ ਸਹਿ ਹੈ। ਬਹੁਤੇ ਸੰਕਟ ਦੁੱਖ ਜਿਹੜੇ ਆ ਉਹ ਤੂੰ ਸਹਾਰੇਂਗਾ। ਵਿਪਰ ਜਨਮ ਚੰਡਾਲ ਕ੍ਰਿਤ। ਜਨਮ ਤਾਂ ਬ੍ਰਾਹਮਣਾਂ ਦੇ ਘਰ ਦਾ ਲਿਆ ਪਰ ਚੰਡਾਲਾਂ ਵਰਗੀ ਤੇਰੀ ਕਿਰਤ ਹੈ। ਕਿਆ ਕੀਨ ਕਸਾਈ। ਇਹ ਕਸਾਈਆ ਤੂੰ ਕੀ ਕਰਨਾ ਕੀਤਾ। ਵੇਖ ਲੋ ਆਵਾਮ ਕਹਿੰਦਾ ਹੈ ਜੋ ਕੁਝ ਪ੍ਰਜਾ ਕਹਿੰਦੀ ਹੈ ਨਾ, ਪ੍ਰਜਾ ਦੀ ਆਵਾਜ਼ ਹੀ ਸੱਚੀ ਆਵਾਜ਼ ਹੁੰਦੀ ਹੈ। ਭਾਵੇਂ ਕਿ ਸਮੇਂ ਦੀ ਹਕੂਮਤ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬਾਗੀ ਕਹਿੰਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਬਾਗੀ ਕਹਿੰਦੀ ਹੈ। ਪਰ ਹਿੰਦੁਸਤਾਨ ਦਾ ਇਹ ਸਾਰਾ ਵਸਦਾ ਹੋਇਆ ਜਿੰਨਾ ਆਵਾਮ ਹੈ ਉਹ ਕੀ ਕਹਿ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸੁਆਮੀ ਮਾਲਕ ਮੰਨਦੇ ਆ। ਬਾਗੀ ਤਾਂ ਜਿਹੜੇ ਸਗੋਂ ਜ਼ਾਲਮ ਜਿਹੜੇ ਆ ਉਹ ਤੁਰਕ ਹਨ, ਉਹਨਾਂ ਨੂੰ ਜ਼ਾਲਮ ਮੰਨਦੇ ਹੋਏ ਕਹਿੰਦੇ ਆ ਕਿ ਇਹੋ ਜਿਹਾ ਪਾਪ ਵੇਖੋ। ਤੇ ਇਹ ਗੰਗੂ ਬ੍ਰਾਹਮਣ ਨੇ ਕਿਹੋ ਜਿਹਾ ਨੀਚ ਅਦਮ ਕਰਮ ਕਰਨਾ ਕੀਤਾ ਏ। ਲੱਖੋ ਬਾਰ ਧਿਕਾਰ ਤੇ। ਲੱਖਾਂ ਹੀ ਬਾਰ ਇਹਨੂੰ ਧਰਕਾਰਾਂ ਪਾਉਂਦੇ ਐ। ਲਹਿ ਅਦਕ ਸਜ਼ਾਈ। ਬਹੁਤ ਜ਼ਿਆਦੀਆਂ ਸਜ਼ਾਵਾਂ ਜਿਹੜੀਆਂ ਹਨ ਲਵੇਗਾ ਪਾਪੀ ਮਰ ਕਰਕੇ। ਇਮਪੁਰ ਜਨ ਗਨ ਤਹਿ ਮਿਲੇ। ਇਸ ਤਰ੍ਹਾਂ ਬਹੁਤ ਨਗਰ ਦੇ ਲੋਕ ਉੱਥੇ ਮਿਲੇ, ਇਕੱਠੇ ਹੋ ਗਏ। ਹੋਈ ਬੜ ਭੀਰਾ। ਵੱਡੀ ਭੀੜ ਹੋ ਗਈ। ਇਸ ਗੱਲੋਂ ਵੀ ਹਕੂਮਤ ਡਰਦੀ ਹੈ ਕਿ ਲੋਕ ਜਿਹੜੇ ਆ ਉਹ ਖੜੇ ਨਾ ਕਿਤੇ ਹੋ ਜਾਣ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਸ਼ਹਾਦਤ ਦਿੱਤੀ ਹੈ ਨਾ, ਤੇ ਉਸ ਸਮੇਂ ਦਾ ਵਾਕਿਆ ਸਤਿਗੁਰੂ ਜੀ ਨੇ ਇਹ ਕਹੇ ਆ ਬੋਲ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ ਜੈ 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 ਸੁਰ ਲੋਕ। ਹਜੂਰ ਦੀ ਸ਼ਹਾਦਤ ਤੇ ਸਾਰੇ ਭਾਰਤ ਵਰਸ਼ ਦੇ ਅੰਦਰ ਹਾਹਾਕਾਰ ਮਚੀ ਸੀ। ਤੇ ਜਦੋਂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਐ, ਉਦੋਂ ਪੰਜਾਬ ਦੇ ਆਵਾਮ ਦਾ ਸਿੱਖਾਂ ਦੇ ਅੰਦਰ ਇੱਕ ਜਵਾਲਾਮੁਖੀ ਬਣ ਗਿਆ।
ਹੁਣ ਇਹ ਸਾਹਿਬਜ਼ਾਦੇ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਸ਼ਹਾਦਤ ਮਜ਼ਲੂਮਾਂ ਨੂੰ ਜ਼ਾਲਮ ਦੇ ਨਾਲ ਜੂਝਣ ਦਾ ਬਲ ਦੇਵੇਗੀ, ਇਹੋ ਜਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਇਤਿਹਾਸ ਰਚਿਆ ਤੇ ਰਚਣ ਲਈ ਉਸ ਸਰਹੰਦ ਦੀ ਧਰਤੀ ਤੇ ਜਦੋਂ ਆਏ ਉਸ ਸਮੇਂ ਦੀ ਵਿਥਿਆ ਦੱਸਦੇ ਹਨ। ਸਾਹਿਬਜ਼ਾਦੇ ਜੁਗ ਪਿਖੈ, ਮਹਾਰਾਜ ਆਪ ਦੇ ਦੋਹਾਂ ਸਾਹਿਬਜ਼ਾਦਿਆਂ ਨੂੰ ਜਦੋਂ ਉੱਥੋਂ ਦੇ ਆਵਾਮ ਨੇ ਵੇਖਣਾ ਕੀਤਾ, ਬਹੁ ਰੂਪ ਸਰੀਰਾ, ਬਹੁਤ ਸੁੰਦਰ ਸਰੂਪ ਸਾਹਿਬਜ਼ਾਦਿਆਂ ਦਾ, ਡਲਕੂ ਡਲਕੂ ਕਰਦੇ ਹੋਏ ਨੈਣ ਤੇ ਮਸਤਕ ਦੇ ਉੱਤੇ ਨੂਰ, ਇਉਂ ਮਹਾਰਾਜ ਆਪ ਦੇ ਸਾਹਿਬਜ਼ਾਦਿਆਂ ਦਾ ਤੇਜ ਪ੍ਰਤਾਪ ਜਿਹੜਾ ਸੀ ਲੋਕਾਂ ਨੇ ਵੇਖਣਾ ਕੀਤਾ। ਸਭ ਕੋ ਤਬੈ ਹਟਾਏ ਕਰ, ਤਦੋਂ ਸਿਪਾਹੀਆਂ ਨੇ ਸਾਰਿਆਂ ਨੂੰ ਬੜੀ ਜ਼ਬਰਦਸਤੀ ਨਾਲ ਤੇ ਸਮੇਂ ਹਟਾ ਕਰਕੇ ਲੈ ਗਏ ਤਹਾਹੀ, ਲੈ ਗਏ ਤਿਸ ਥਾਂ ਦੇ ਉੱਤੇ, ਬੁਰਜ ਵਿਖੇ ਉਤਰੇ ਥਿਰੇ, ਤੇ ਬੁਰਜ ਦੇ ਅੰਦਰ ਉਤਾਰਾ ਤੇ ਸਮੇਂ ਕਰਾਉਣਾ ਕੀਤਾ। ਜਨਨੀ ਦੁਖ ਮਾਹੀ, ਮਾਤਾ ਗੁਜਰ ਕੌਰ ਜੀ ਬਹੁਤ ਮਨ ਦੇ ਅੰਦਰ ਕਈ ਖਿਆਲ ਆਉਂਦੇ ਐ, ਸੰਕਟ ਦਾ ਇਹ ਭਾਰੀ ਸਮਾਂ ਏ। ਇਉਂ ਮਾਤਾ ਸਾਹਿਬ ਜੀ ਨੇ ਐਸੇ ਸੰਕਟਮਈ ਸਮੇਂ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕਿਵੇਂ ਸਤਿਗੁਰਾਂ ਜੀ ਦਾ ਫਿਰ ਇਤਿਹਾਸ ਸੁਣਾਉਣਾ ਸ਼ੁਰੂ ਕੀਤਾ, ਕਿਉਂਕਿ ਮਾਤਾ ਜੀ ਜਾਣਗੇ ਕਿ ਹੁਣ ਉਹ ਘੜੀ ਨਜ਼ਦੀਕ ਹੈ, ਕੁਰਬਾਨੀ ਦਾ ਵਕਤ ਆ ਗਿਆ ਹੈ। ਕਦੇ ਖਿਆਲ ਕਰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿੱਥੇ ਹੋਣਗੇ। ਮਾਤਾ ਜੀ ਨੇ ਇਉਂ ਵੀ ਆਪਣੇ ਮਨ ਦੇ ਅੰਦਰ ਖਿਆਲ ਕੀਤੇ ਕਿ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਬਚਨ ਮੰਨਣਾ ਚਾਹੀਦਾ ਸੀ, ਕਿਉਂਕਿ ਮਹਾਰਾਜ ਜੀ ਨੇ ਆਗਿਆ ਕੀਤੀ ਸੀ ਨਾ ਕਿ ਤੁਸੀਂ ਥੋੜਾ ਸਮਾਂ ਰੁਕ ਜਾਵੋ। ਤੇ ਉਸ ਸਮੇਂ ਮਾਤਾ ਜੀ ਨੇ ਵੀ ਗਰਸਿਆ ਸੀਗਾ, ਸਿੰਘਾਂ ਨੇ ਵੀ ਬੇਨਤੀ ਕੀਤੀ ਸੀ ਨਹੀਂ ਮਹਾਰਾਜ ਕਿਲਾ ਛੱਡ ਚੱਲੀਏ। ਤੇ ਮਾਤਾ ਜੀ ਹੁਣ ਉਹਨਾਂ ਬਚਨਾਂ ਨੂੰ ਜ਼ਰੂਰ ਚੇਤੇ ਕਰਦੇ ਐ, ਪਰ ਵਾਹਿਗੁਰੂ ਦਾ ਹੁਕਮ ਐਸਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਵੇਂ ਇਹ ਭਾਣਾ ਹੈ। ਹੁਣ ਕੁਰਬਾਨੀ ਦਾ ਜਿਹੜਾ ਹੈ ਸਾਹਮਣੇ ਜੋ ਕੁਝ ਇਹ ਮਾਤਾ ਜੀ ਨੂੰ ਸਭ ਕੁਝ ਦਿਸ ਪਿਆ ਹੈ, ਤੇ ਜਿਵੇਂ ਕੁਰਬਾਨੀ ਦੇ ਕਰਨ ਲਈ ਆਪਣੇ ਪੋਤਰਿਆਂ ਨੂੰ ਮਾਤਾ ਸਾਹਿਬ ਜੀ ਸਿੱਖਿਆ ਦਰੜਾਉਂਦੇ ਐ, ਇਹ ਕੱਲ ਨੂੰ ਅੱਗੇ ਆਪਾਂ ਪ੍ਰਸੰਗ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਗਰੀਬ ਨਵਾਜ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਇਹ ਜੋ ਕੁਰਬਾਨੀ ਦਾ ਪ੍ਰਸੰਗ ਹੈ, ਇਹ ਜਿੰਨੇ ਦਿਨ ਹਨ ਹੁਣ ਇਹ ਸਾਕੇ ਦੀ ਕਥਾ ਜਿਹੜੀ ਉਹ ਚੱਲੇਗੀ। ਠੰਡੇ ਬੁਰਜ ਦੇ ਅੰਦਰ ਵਜ਼ੀਰ ਖਾਨ ਜ਼ਾਲਮ ਸਰਹੰਦੀ ਸੂਬੇ ਨੇ ਕੈਦ ਪਾ ਲਿਆ ਹੈ, ਤੇ ਇਹ ਸਖਤਾਈ ਕਰ ਦਿੱਤੀ ਹੈ ਕਿ ਇਹਨਾਂ ਨੂੰ ਕੋਈ ਵਸਤਰ ਆਦਿਕ ਵੀ ਓਢਣ ਨੂੰ ਜਿਹੜਾ ਹੈ ਗਰਮ ਨਾ ਦਿੱਤਾ ਜਾਵੇ, ਨਾ ਪੀਣ ਨੂੰ ਪਾਣੀ, ਨਾ ਖਾਣ ਨੂੰ ਭੋਜਨ ਦਿੱਤਾ ਜਾਵੇ। ਤੇ ਇਹ ਸੋਚ ਹੈ ਇਹਨਾਂ ਦੀ ਕਿ ਸਾਹਿਬਜ਼ਾਦੇ ਡੋਲ ਜਾਣ ਤੇ ਸਾਡੇ ਅੱਗੇ ਆਪਣੀ ਜ਼ਿੰਦਗੀ ਦੀ ਭੀਖ ਮੰਗਣੇ ਸੋਚ ਰਹੇ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਿਬਜ਼ਾਦੇ ਕਿਵੇਂ ਲਾਸਾਨੀ ਕੁਰਬਾਨੀ ਦਿੰਦੇ ਐ। ਇਹ ਇੱਥੇ ਲੰਮੇ ਨਗਰ ਦੇ ਅੰਦਰ ਮਾਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹ ਸਾਰਾ ਇਤਿਹਾਸ ਸੁਣਾ ਰਿਹਾ ਹੈ। ਜਿਵੇਂ ਹੁਣ ਕਚਹਿਰੀ ਦੀ ਸਾਰੀ ਵਿਥਿਆ ਤੇ ਜੋ ਕੁਝ ਸਰਹੰਦ ਦੇ ਅੰਦਰ ਹੁੰਦਾ ਹੈ ਮਾਹੀ ਸਤਿਗੁਰਾਂ ਜੀ ਨੂੰ ਸੁਣਾਵੇਗਾ, ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਭ ਕੋ ਤਬੈ ਹਟਾਏ ਕਰ, ਲੈ ਗਏ ਤਹਾਹੀ, ਬੁਰਜ ਵਿਖੇ ਉਤਰੇ ਥਿਰੇ, ਜਨਨੀ ਦੁਖ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, हे पूरन हे सर्व मैं, दुख भंजन गुण तास, हे संगी हे निरंकार, हे निर्गुण सब टेक, हे गोबिंद हे गुण निधान, जाकै सदा बबेक, हे अपरंपर हर हरे, हह पी होवन हार, हे संतः कै सदा संग, निधारा आधार, हे ठाकुर हम दासुरो, मैं निर्गुण गुण नहीं कोय, नानक दीजै नाम दान, राखो हियै परोए। आए प्रभ शरणागति, कृपा निध दयाल,
ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਤਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।